ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ ਚੌਥਾ ਭਾਗ ਰਾਜਸੀ ਲਹਿਰਾਂ ਮਾਰਕਸੀ ਰਾਸ਼ਟਰੀ ਤੇ ਸੰਕੀਰਣ। ਕਾਂਡ 12 ਦੂਜੇ ਦੇਸ਼ਾਂ ਪ੍ਰਤੀ ਘ੍ਰਿਣਕ ਮਾਰਕਸਵਾਦ। ਕੈਨੇਡਾ ਤੇ ਅਮਰੀਕਾ ਨੂੰ ਸਿੱਖਾਂ ਦਾ ਪ੍ਰਵਾਸ। ਵਰਤਮਾਨ ਸਦੀ ਯਾਨੀ 20ਵੀਂ ਸਦੀ ਅਨੁਵਾਦਕ ਦੇ ਮੁੱਢਲੇ ਸਾਲਾਂ ਵਿੱਚ ਆਰਥਿਕ ਤੰਗੀਆਂ ਦੇ ਸਤਾਏ ਹੋਏ ਸਿੱਖ ਕਿਸਾਨ ਜੋ ਰੋਜ਼ਗਾਰ ਦੀ ਭਾਲ ਵਿੱਚ ਏਸ਼ੀਆਈ ਮੁਲਕਾਂ ਵਿੱਚ ਗਏ ਸਨ, ਥੋੜ੍ਹੀ ਗਿਣਤੀ ਵਿੱਚ ਕੈਨੇਡਾ ਤੇ ਅਮਰੀਕਾ ਨੂੰ ਪ੍ਰਵਾਸ ਕਰਨ ਲੱਗੇ। ਉਹਨਾਂ ਨੂੰ ਆਰਾ ਮਿੱਲਾਂ, ਖਾਣਾ ਤੇ ਕੈਨੇਡੀਅਨ ਪੈਸਿਫਿਕ ਰੇਲਵੇ ਦੀਆਂ ਰੇਲ ਪਟੜੀਆਂ ਵਿਛਾਉਣ ਦਾ ਰੋਜ਼ਗਾਰ ਮਿਲ ਗਿਆ। ਭਾਵੇਂ ਉਹਨਾਂ ਦੀ ਮਜ਼ਦੂਰੀ ਗੋਰੇ ਮਜ਼ਦੂਰਾਂ ਨਾਲੋਂ ਘੱਟ ਸੀ, ਫਿਰ ਵੀ ਉਹ ਘਰ ਭੇਜਣ ਲਈ ਕਾਫੀ ਰੁਪਏ ਬਚਾ ਲੈਂਦੇ ਸਨ ਤੇ ਉਹ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਉਹਨਾਂ ਕੋਲ ਆਉਣ ਲਈ ਉਤਸ਼ਾਹਿਤ ਕਰਦੇ ਸਨ। 1906 ਦੀ ਪਤਝੜ ਰੁੱਤ ਸਮੇਂ ਵੈਂਕੂਵਰ ਵਿੱਚ ਜਾਂ ਆਸ-ਪਾਸ 1500 ਸਿੱਖ ਕਾਮੇ ਸਨ। ਅਗਲੇ ਕੁਝ ਸਾਲਾਂ ਵਿੱਚ 5000 ਹੋਰ ਸਿੱਖ ਬ੍ਰਿਟਿਸ਼ ਕੋਲੰਬੀਆ ਵਿੱਚ ਦਾਖਲ ਹੋ ਗਏ। ਚੀਨੀਆਂ ਤੇ ਜਾਪਾਨੀਆਂ ਦੀ ਭਾਰੀ ਗਿਣਤੀ ਵਿੱਚ ਪ੍ਰਵਾਸ ਨੇ ਪਹਿਲਾਂ ਹੀ ਕੈਨੇਡਾ ਦੇ ਲੋਕਾਂ ਵਿੱਚ ਦੁਰਭਾਵਨਾ ਪੈਦਾ ਕਰ ਦਿੱਤੀ ਹੋਈ ਸੀ। ਹੁਣ ਇਹ ਦੁਰਭਾਵਨਾ ਸਿੱਖਾਂ ਵੱਲ ਮੁੜ ਪਈ, ਕਿਉਂਕਿ ਉਹ ਆਪਣੀਆਂ ਦਸਤਾਰਾਂ ਤੇ ਲੰਮੀਆਂ ਦਾੜ੍ਹੀਆਂ ਨਾਲ ਨਿਵੇਕਲੇ ਸਨ ਤੇ ਉਹ ਸਾਥੀ ਏਸ਼ੀਆਈਆਂ ਦੇ ਮੁਕਾਬਲੇ ਘੱਟ ਸਨਿਮਰ ਸਨ। ਸੰਖੇਪ ਵਿੱਚ ਇਉਂ ਕਹੋ ਕਿ ਸਿੱਖ ਕੈਨੇਡਾ ਵਾਸੀਆਂ ਦੀਆਂ ਅੱਖਾਂ ਵਿੱਚ ਖਿੱਚ ਦਾ ਕੇਂਦਰ ਬਣ ਗਏ। ਸਿੱਖ ਕਾਮਿਆਂ ਉੱਪਰ ਵੈਂਕੂਵਰ ਵਿੱਚ ਹਮਲੇ ਰੋਜ਼ਾਨਾ ਜ਼ਿੰਦਗੀ ਦੀ ਵਿਸ਼ੇਸ਼ਤਾ ਬਣ ਗਏ। ਇਮਾਰਤੀ ਲੱਕੜੀ ਦੇ ਵਪਾਰ ਵਿੱਚ ਮੰਦਵਾੜੇ ਕਾਰਨ ਬੇਰੁਜ਼ਗਾਰੀ ਕਰਕੇ ਕਾਲੇ ਤੇ ਗੋਰੇ ਮਜ਼ਦੂਰਾਂ ਵਿੱਚ ਮੁਕਾਬਲਾ ਬਹੁਤ ਵੱਧ ਗਿਆ। ਗੋਰੇ ਮਜ਼ਦੂਰਾਂ ਦਿਆਂ ਸੰਗਠਨਾਂ ਨੇ ਸੰਘੀ ਸਰਕਾਰ ਨੂੰ ਪ੍ਰਵਾਸੀਆਂ ਨੂੰ ਕੱਢ ਦੇਣ ਲਈ ਦਬਾਅ ਪਾਇਆ। ਇਸ ਦੇ ਸਿੱਟੇ ਵਜੋਂ ਕਦਮ ਉਠਾਏ ਗਏ। 1909 ਵਿੱਚ ਸਿਰਫ 6 ਭਾਰਤੀਆਂ ਨੂੰ ਕੈਨੇਡਾ ਵਿੱਚ ਆਉਣ ਦੀ ਆਗਿਆ ਦਿੱਤੀ ਗਈ। ਇਹ ਸੱਚਾਈ ਕਿ ਸਿੱਖ ਪ੍ਰਵਾਸੀ ਬਰਤਾਨਵੀ ਪਰਜਾ ਸਨ, ਇਸ ਨੇ ਕੁਝ ਕਾਨੂੰਨੀ ਉਲਝਣਾਂ ਪੈਦਾ ਕਰ ਦਿੱਤੀਆਂ। ਬ੍ਰਿਟਿਸ਼ ਕੋਲੰਬੀਆ ਦੇ ਕਾਨੂੰਨ ਅਨੁਸਾਰ ਸੰਘੀ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਸੀ। ਸੰਘੀ ਸਰਕਾਰ ਨੂੰ ਯੂਕੇ ਸਰਕਾਰ ਦੀ ਸਲਾਹ ਲੈਣੀ ਪੈਂਦੀ ਸੀ, ਜੋ ਅੱਗੋਂ ਭਾਰਤ ਸਰਕਾਰ ਦਾ ਪ੍ਰਤੀਕਰਮ ਉਡੀਕਦੀ ਸੀ। ਇਸ ਤਰ੍ਹਾਂ ਭਾਰਤੀਆਂ ਬਾਰੇ ਕੈਨੇਡਾ ਦੀ ਪ੍ਰਵਾਸੀ ਨੀਤੀ ਵੈਂਕੂਵਰ, ਓਟਵਾ, ਲੰਦਨ ਤੇ ਕਲਕੱਤਾ ਵਿਚਕਾਰ ਵਿਚਾਰ ਵਟਾਂਦਰੇ ਤੋਂ ਪਿੱਛੋਂ ਤਿਆਰ ਕੀਤੀ ਜਾਂਦੀ ਸੀ। ਪਰੰਤੂ ਸਾਰੀਆਂ ਸਰਕਾਰਾਂ ਇਸ ਗੱਲ ਤੇ ਸਹਿਮਤ ਸਨ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਭਾਰਤੀ ਪ੍ਰਵਾਸੀਆਂ ਦਾ ਦਾਖਲਾ ਰੋਕਣ ਦਾ ਪੂਰਾ ਹੱਕ ਹੈ। ਉਹਨਾਂ ਦਾ ਇੱਕੋ ਇੱਕ ਫਿਕਰ ਇਹ ਸੀ ਕਿ ਕੀਤੀ ਗਈ ਕਾਰਵਾਈ ਇਸ ਤਰ੍ਹਾਂ ਦੀ ਹੋਵੇ ਕਿ ਉਸ ਵਿੱਚੋਂ ਨਸਲੀ ਵਿਤਕਰੇ ਦਾ ਸ਼ੱਕ ਨਾ ਪਵੇ। 1907 ਤੋਂ ਮਗਰੋਂ ਬ੍ਰਿਟਿਸ਼ ਕੋਲੰਬੀਆ ਦੀ ਰਾਜ ਵਿਧਾਨ ਸਭਾ ਨੇ ਭਾਰਤੀਆਂ ਦੇ ਪ੍ਰਵਾਸ ਨੂੰ ਰੋਕਣ ਤੇ ਉਹਨਾਂ ਦੇ ਖਾਸ ਉਦਯੋਗਾਂ ਵਿੱਚ ਨੌਕਰੀ ਕਰਨ ਤੇ ਪਾਬੰਦੀ ਲਾਉਣ ਲਈ ਕਾਨੂੰਨ ਪਾਸ ਕਰ ਦਿੱਤੇ। ਇਹ ਕਾਨੂੰਨ ਅਦਾਲਤਾਂ ਨੇ ਰੱਦ ਕਰ ਦਿੱਤੇ। ਫਿਰ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਪ੍ਰਵਾਸ ਉੱਪਰ ਮੁੱਢ ਤੋਂ ਹੀ ਪਾਬੰਦੀ ਲਾ ਦੇਵੇ। 1908 ਵਿੱਚ ਮੈਕੈਂਜੀ ਕਿੰਗ ਨੇ, ਜੋ ਮਗਰੋਂ ਜਾ ਕੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਿਆ, ਕੈਨੇਡਾ ਦੀ ਸਰਕਾਰ ਦਾ ਦ੍ਰਿਸ਼ਟੀਕੋਣ ਸਮਝਾਉਣ ਲਈ ਲੰਡਨ ਤੇ ਕਲਕੱਤਾ ਦੀ ਯਾਤਰਾ ਕੀਤੀ। ਇਸ ਦੇ ਫਲਸਰੂਪ ਭਾਰਤ ਸਰਕਾਰ ਨੇ ਆਦੇਸ਼ ਜਾਰੀ ਕਰ ਦਿੱਤਾ ਕਿ ਭਾਰਤੀ ਜਹਾਜ਼ੀ ਕੰਪਨੀਆਂ ਅਮਰੀਕੀ ਮਹਾਂਦੀਪ ਵਿੱਚ ਰੋਜ਼ਗਾਰ ਦੀਆਂ ਤੇ ਸਫ਼ਰ ਦੀਆਂ ਸਹੂਲਤਾਂ ਬਾਰੇ ਇਸ਼ਤਿਹਾਰ ਨਾ ਦੇਣ। ਉਸ ਨੇ 1883 ਦੇ ਪ੍ਰਵਾਸੀ ਕਾਨੂੰਨ ਦੀਆਂ ਧਾਰਾਵਾਂ ਵੀ ਲਾਗੂ ਕਰ ਦਿੱਤੀਆਂ, ਜਿਸ ਅਨੁਸਾਰ ਭਾਰਤੀਆਂ ਉੱਪਰ ਕੈਨੇਡਾ ਜਾਣ ਤੇ ਰੋਕ ਲਾਈ ਗਈ ਸੀ। ਕੈਨੇਡਾ ਸਰਕਾਰ ਨੇ ਆਪ ਵੀ ਭਾਰਤੀਆਂ ਦੇ ਪ੍ਰਦੇਸ਼ਾਂ 'ਚ ਰਹਿ ਰਹੇ ਨਾਗਰਿਕਾਂ ਦੇ ਕੈਨੇਡਾ ਵਿੱਚ ਪ੍ਰਵੇਸ਼ ਅਧਿਕਾਰਾਂ ਨਾਲ ਨਜਿੱਠਣ ਲਈ 2 ਆਰਡਰਜ਼ ਇਨ ਕੌਂਸਲ ਪਾਸ ਕਰ ਦਿੱਤੇ। ਇੱਕ ਅਨੁਸਾਰ ਇੱਕ ਇੱਛਤ ਵਿਅਕਤੀ ਕੋਲ ਰੁਪਏ ਦੀ ਹੱਦ 25 ਪਾਉਂਡ ਤੋਂ 200 ਪਾਉਂਡ ਕਰ ਦਿੱਤੀ ਗਈ ਤੇ ਦੂਸਰੇ ਹੁਕਮ ਅਨੁਸਾਰ ਗ੍ਰਹਿ ਮੰਤਰੀ ਨੂੰ ਅਧਿਕਾਰ ਦੇ ਦਿੱਤਾ ਗਿਆ ਕਿ ਉਹ ਉਹਨਾਂ ਯਾਤਰੀਆਂ ਦਾ ਦਾਖਲਾ ਰੋਕ ਦੇਵੇ ਜੇਕਰ ਉਹ ਸਿੱਧੇ ਆਪਣੀ ਜਨਮ ਭੂਮੀ ਜਾਂ ਜਿੱਥੋਂ ਦੇ ਉਹ ਨਾਗਰਿਕ ਹੋਣ ਸਿੱਧੇ ਜਹਾਜ਼ ਰਾਹੀਂ ਉੱਥੋਂ ਨਹੀਂ ਆਉਂਦੇ, ਜਾਂ ਉਹਨਾਂ ਕੋਲ ਆਪਣੇ ਜਨਮ ਜਾਂ ਨਾਗਰਿਕਤਾ ਬਾਰੇ ਮੁਲਕ ਤੋਂ ਤੁਰਦੀਆਂ ਸਿੱਧੀਆਂ ਖਰੀਦੀਆਂ ਹੋਈਆਂ ਟਿਕਟਾਂ ਨਾ ਹੋਣ। ਇਹ ਦੋਵੇਂ ਹੁਕਮ ਵਿਸ਼ੇਸ਼ ਕਰਕੇ ਭਾਰਤੀਆਂ ਵਿਰੁੱਧ ਨਿਰਦੇਸ਼ਿਤ ਕੀਤੇ ਗਏ ਸਨ। ਚੀਨੀਆਂ ਤੇ ਜਾਪਾਨੀਆਂ ਨੂੰ 200 ਪਾਉਂਡ ਵਾਲੀ ਧਾਰਾ ਤੋਂ ਛੋਟ ਦਿੱਤੀ ਗਈ ਸੀ। ਨਿਰੰਤਰ ਸਫ਼ਰ ਦੀ ਸ਼ਰਤ ਜਾਣ-ਬੁੱਝ ਕੇ ਭਾਰਤੀਆਂ ਨੂੰ ਧਿਆਨ ਵਿੱਚ ਰੱਖ ਕੇ ਲਾਈ ਗਈ ਸੀ, ਕਿਉਂਕਿ ਕੋਈ ਕੰਪਨੀ ਭਾਰਤ ਤੋਂ ਕੈਨੇਡਾ ਲਈ ਸਿੱਧੇ ਜਹਾਜ਼ ਨਹੀਂ ਚਲਾਉਂਦੀ ਸੀ ਤੇ ਹਾਂਗਕਾਂਗ, ਸਿੰਗਾਈ ਜਾਂ ਕਿਸੇ ਹੋਰ ਬੰਦਰਗਾਹ ਤੋਂ ਜਹਾਜ਼ ਬਦਲਣਾ ਲਾਜ਼ਮੀ ਸੀ ਤੇ ਭਾਰਤ ਦਾ ਆਪਣਾ ਕੋਈ ਜਹਾਜ਼ ਨਹੀਂ ਸੀ। ਆਰਡਰਜ਼ ਇਨ ਕੌਂਸਲ ਨੂੰ ਪ੍ਰਚਲਿਤ ਕਾਨੂੰਨ ਵਿੱਚ ਸੋਧ ਕਰਕੇ ਤੇ ਉਹਦੇ ਵਿੱਚ 1910 ਦੇ ਪ੍ਰਵਾਸ ਕਾਨੂੰਨ ਦੀਆਂ
ਨਿਸ਼ੇਧਾਤਮਿਕ ਧਾਰਾਵਾਂ ਸ਼ਾਮਲ ਕਰਕੇ ਉਸ ਨੂੰ ਬੰਧਨ ਮੁਕਤ ਕਰ ਦਿੱਤਾ ਗਿਆ। ਪੱਖਪਾਤੀ ਕਾਨੂੰਨ ਲਈ ਸੈਂਕੜੇ ਭਾਰਤੀਆਂ ਨੂੰ ਕੈਨੇਡਾ ਤੋਂ ਚਲੇ ਜਾਣ ਲਈ ਮਜਬੂਰ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਭਾਰਤੀ ਵਸੋਂ ਜੋ 1908 ਵਿੱਚ 5,000 ਸੀ, 1911 ਵਿੱਚ ਅੱਧੀ ਤੋਂ ਵੀ ਘੱਟ ਰਹਿ ਗਈ। ਭਾਰਤੀ ਪ੍ਰਵਾਸ ਰੋਕਣ ਪਿੱਛੋਂ ਕੈਨੇਡਾ ਸਰਕਾਰ ਨੂੰ ਉਹਨਾਂ ਭਾਰਤੀਆਂ ਨੂੰ ਬਾਹਰ ਕੱਢਣ ਦੇ ਢੰਗ ਤਰੀਕੇ ਲੱਭਣੇ ਪਏ ਜੋ ਅਵਰੋਧਕ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਉੱਥੇ ਪਹੁੰਚ ਗਏ ਸਨ। ਨਿਰੰਤਰ ਸਫ਼ਰ ਤੇ 200 ਪੌਂਡ ਵਾਲੀਆਂ ਧਾਰਾਵਾਂ ਪ੍ਰਵਾਸੀਆਂ ਦੀਆਂ ਪਤਨੀਆਂ, ਬੱਚਿਆਂ ਨੂੰ ਉਹਨਾਂ ਦੇ ਪਤੀਆਂ ਤੇ ਪਿਤਾਵਾਂ ਦੇ ਪਾਸ ਜਾਣ ਤੋਂ ਰੋਕਣ ਲਈ ਲਾਗੂ ਕੀਤੀਆਂ ਗਈਆਂ। 1910 ਦਾ ਪ੍ਰਵਾਸ ਕਾਨੂੰਨ ਕੈਨੇਡਾ ਦੇ ਸੁਪਰੀਮ ਕੋਰਟ ਸਾਹਮਣੇ 1913 ਵਿੱਚ ਘੋਖ ਲਈ ਪੇਸ਼ ਕੀਤਾ ਗਿਆ। 30 ਭਾਰਤੀਆਂ ਦੀ ਟੋਲੀ, ਜੋ ਵਧੇਰੇ ਕਰਕੇ ਸਿੱਖ ਹੀ ਸਨ, ਪਨਾਮਾ ਮਾਰੂ ਜਾਪਾਨੀ ਜਹਾਜ਼ ਰਾਹੀਂ ਬ੍ਰਿਟਿਸ਼ ਕੋਲੰਬੀਆ ਪਹੁੰਚੀ ਸੀ। ਪ੍ਰਵਾਸੀ ਵਿਭਾਗ ਦੇ ਜਲਾਵਤਨੀ ਦੇ ਹੁਕਮਾਂ ਵਿਰੁੱਧ ਜਿਸਮਾਨੀ ਹਾਜ਼ਰੀ ਪ੍ਰਾਪਤ ਕਰਨ ਵਿੱਚ ਸਫਲ ਹੋ ਗਈ। ਫੈਸਲਾ ਸੁਣਾਏ ਜਾਣ ਦੇ 2 ਹਫ਼ਤਿਆਂ ਅੰਦਰ ਹੀ ਕੈਨੇਡਾ ਦੀ ਸਰਕਾਰ ਨੇ ਇੱਕ ਨਵਾਂ ਆਰਡਰ ਇਨ ਕੌਂਸਲ ਜਾਰੀ ਕਰ ਦਿੱਤਾ, ਜਿਸ ਰਾਹੀਂ ਬ੍ਰਿਟਿਸ਼ ਕੋਲੰਬੀਆ ਦੀ ਕਿਸੇ ਵੀ ਬੰਦਰਗਾਹ ਵਿੱਚ ਸੁਰੱਖਿਅਤ ਜਾਂ ਅਣਸੁਰੱਖਿਅਤ ਸ਼ਿਲਪਕਾਰ ਜਾਂ ਮਜ਼ਦੂਰ ਦੇ ਆਉਣ ਦੀ ਮਨਾਹੀ ਕਰ ਦਿੱਤੀ। 1 ਮਹੀਨੇ ਮਗਰੋਂ ਲਗਾਤਾਰ ਸਫ਼ਰ ਤੇ 200 ਪੌਂਡ ਵਾਲੀਆਂ ਧਾਰਾਵਾਂ ਨਵੇਂ ਆਰਡਰ ਇਨ ਕੌਂਸਲ ਅਨੁਸਾਰ ਮੁੜ ਸੁਚੇਤ ਹੋ ਕੇ ਸ਼ਬਦਾਂ ਦੀ ਵਰਤੋਂ ਕਰਕੇ ਲਾਗੂ ਕਰ ਦਿੱਤੀਆਂ ਗਈਆਂ, ਤਾਂ ਜੋ ਸੁਪਰੀਮ ਕੋਰਟ ਦੇ ਫੈਸਲੇ ਨੂੰ ਝਾਂਸੇ ਨਾਲ ਲਾਗੂ ਹੋਣ ਤੋਂ ਬਚਿਆ ਜਾਵੇ। ਕੈਨੇਡਾ ਵਿੱਚ ਦਾਖਲਾ ਪੂਰੀ ਤਰ੍ਹਾਂ ਅਦਿੱਖ ਸਿਆਹੀ ਨਾਲ ਲਿਖ ਕੇ ਦਰਵਾਜ਼ੇ 'ਤੇ ਚਿਪਕਾ ਦਿੱਤਾ, ਭਾਰਤੀਓ ਬਾਹਰ ਹੀ ਰਹੋ। ਅਮਰੀਕਾ ਵਿੱਚ ਸਿੱਖਾਂ ਦਾ ਪ੍ਰਵਾਸ ਕੈਨੇਡਾ ਤੋਂ ਹੀ ਉਛਾਲ ਸੀ। 1904 ਤੋਂ ਲੈ ਕੇ 1906 ਤੱਕ 3 ਸਾਲਾਂ ਵਿੱਚ 600 ਭਾਰਤੀ, ਜਿਨ੍ਹਾਂ ਵਿੱਚੋਂ ਬਹੁਤੇ ਸਿੱਖ ਸਨ, ਅਮਰੀਕਾ ਪਹੁੰਚੇ। ਜਿਉਂ-ਜਿਉਂ ਕੈਨੇਡਾ ਦਾ ਪ੍ਰਵਾਸ ਵਿਭਾਗ ਸਖਤੀ ਕਰਦਾ ਗਿਆ, ਅਮਰੀਕਾ ਵਿੱਚ ਪ੍ਰਵਾਸੀਆਂ ਦੀ ਗਿਣਤੀ ਵੱਧਦੀ ਗਈ। ਪ੍ਰਵਾਸੀਆਂ ਨੂੰ ਵਾਸ਼ਿੰਗਟਨ, ਓਰੇਗਨ ਤੇ ਕੈਲੀਫੋਰਨੀਆ ਵਿੱਚ ਖੇਤ ਮਜ਼ਦੂਰਾਂ ਤੇ ਲੱਕੜੀ ਢੋਣ ਵਾਲਿਆਂ ਵਜੋਂ ਕੰਮ ਮਿਲਿਆ। ਸਿੱਖਾਂ ਦੇ ਛੋਟੇ-ਛੋਟੇ ਸਮੂਹ ਸਾਂਜੋ ਤੇ ਸੈਕਰਾਮੈਂਟੋ ਵਾਦੀਆਂ ਵਿੱਚ ਜਾ ਵਸੇ। ਕੁਝ ਹੋਰ ਦੱਖਣ ਵਿੱਚ ਇੰਪੀਰੀਅਲ ਘਾਟੀ ਵੱਲ ਚਲੇ ਗਏ, ਜਿੱਥੇ ਪੌਣ ਪਾਣੀ ਪੰਜਾਬ ਵਰਗਾ ਹੀ ਸੀ। ਅਮਰੀਕਾ ਸਾਜ਼ਗਾਰ ਹਾਲਾਤ ਬਾਰੇ ਜਾਣਕਾਰੀ ਮਿਲਣ ਤੇ ਹੋਰ ਸਿੱਖਾਂ ਨੇ ਸਿੱਧੇ ਕੈਲੀਫੋਰਨੀਆ ਜਾਣਾ ਸ਼ੁਰੂ ਕਰ ਦਿੱਤਾ। ਪਰੰਤੂ ਅਮਰੀਕਨ ਗੋਰਿਆਂ ਨੇ ਕੈਨੇਡਾ ਦੇ ਗੋਰਿਆਂ ਨਾਲੋਂ ਵੀ ਵਧੇਰੇ ਹਿੰਸਕ ਪ੍ਰਤੀਕਿਰਿਆ ਪ੍ਰਗਟ ਕੀਤੀ। 1908 ਵਿੱਚ ਏਸ਼ੀਆਟਿਕ ਐਕਸਕਲੂਜ਼ਨ ਲੀਗ, ਏਸ਼ੀਆਈ ਨੂੰ ਬਾਹਰ ਧੱਕਣ ਵਾਲੀ ਸੰਸਥਾ ਨਾਮ ਦੀ ਸੰਸਥਾ ਨੇ ਪੂਰਬ ਦੇ ਲੋਕਾਂ ਪ੍ਰਤੀ ਮਿੱਥ ਕੇ ਲੁੱਟ-ਮਾਰ ਤੇ ਕਤਲ ਕਰਨ ਦੇ ਪ੍ਰਬੰਧ ਕੀਤੇ। ਅਗਲੇ 2 ਸਾਲਾਂ ਵਿੱਚ ਬਹੁਤ ਥੋੜ੍ਹੇ ਭਾਰਤੀ ਅਮਰੀਕਾ ਵਿੱਚ ਦਾਖਲ ਹੋਏ। ਜਦੋਂ ਇਹ ਨਸਲੀ ਫਸਾਦ ਕੁਝ ਮੱਠੇ ਹੋਏ ਤਾਂ ਪ੍ਰਵਾਸ ਫਿਰ ਸ਼ੁਰੂ ਹੋ ਗਿਆ ਤੇ 1910 ਤੱਕ ਕੈਲੀਫੋਰਨੀਆ ਵਿੱਚ 6,000 ਭਾਰਤੀ ਪਹੁੰਚ ਗਏ। ਇੱਕ ਵਾਰ ਸਥਾਨਕ ਅਖਬਾਰਾਂ ਨੇ ਦਸਤਾਰਧਾਰੀਆਂ ਦੀ ਲਹਿਰ ਤੇ ਗੁੱਦੜ ਲੋਕਾਂ ਵਿਰੁੱਧ ਜ਼ਾਤੀ ਘਿਰਨਾ ਨੂੰ ਹਵਾ ਦਿੱਤੀ। ਅਮਰੀਕਾ ਦੀ ਸਰਕਾਰ ਨੇ ਕਾਨੂੰਨੀ ਬਰੀਕੀਆਂ ਦੀ ਪਰਵਾਹ ਨਾ ਕੀਤੀ ਤੇ ਤਿੰਨਾਂ ਵਿੱਚੋਂ ਕਿਸੇ ਇੱਕ ਕਾਰਨ ਨੂੰ ਆਧਾਰ ਬਣਾ ਕੇ ਭਾਰਤੀਆਂ ਨੂੰ ਬਾਹਰ ਕੱਢ ਦਿੱਤਾ। ਇਹ 3 ਕਾਰਨ ਸਨ ਕਿ ਉਹਨਾਂ 'ਤੇ ਕੋਈ ਰਾਜਕੀ ਦੋਸ਼ ਹੈ, ਜਾਂ ਉਹ ਖਤਰਨਾਕ ਲਾਗ ਦੀ ਬਿਮਾਰੀ ਦਾ ਸ਼ਿਕਾਰ ਨੇ, ਜਾਂ ਉਹਨਾਂ ਨੇ ਵਿਦੇਸ਼ੀਆਂ ਦੇ ਇਕਰਾਰਨਾਮੇ ਦੇ ਕਾਨੂੰਨ ਨੂੰ ਉਲੰਘਿਆ ਹੈ। ਇਸ ਤਰ੍ਹਾਂ ਸਿੱਖਾਂ ਲਈ ਅਮਰੀਕਾ ਵਿੱਚ ਪ੍ਰਵਾਸ ਲਈ ਸਭ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਜਿਹੜੇ ਪ੍ਰਵੇਸ਼ ਕਰਨ ਵਿੱਚ ਸਫਲ ਹੋ ਗਏ ਸਨ, ਉਹਨਾਂ ਨੂੰ ਪੁਲਿਸ ਤੇ ਗੋਰੇ ਨਸਲਵਾਦੀਆਂ ਹੱਥੋਂ ਨਿਰੰਤਰ ਪਰੇਸ਼ਾਨੀ ਉਠਾਉਣੀ ਪਈ। ਗਦਰ ਪਾਰਟੀ ਦੀ ਸਥਾਪਨਾ। ਕਿਉਂਕਿ ਭਾਰਤੀ ਪ੍ਰਵਾਸੀਆਂ ਦੀ ਬਹੁ ਗਿਣਤੀ ਸਿੱਖਾਂ ਦੀ ਸੀ, ਆਰੰਭਕ ਪ੍ਰਵਾਸੀ ਸੰਸਥਾਵਾਂ ਦੇ ਕੇਂਦਰ ਸਿੱਖਾਂ ਦੇ ਗੁਰਦੁਆਰੇ ਹੀ ਬਣੇ। 1907 ਵਿੱਚ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ ਵੈਂਕੂਵਰ ਵਿੱਚ ਕੀਤੀ ਗਈ ਤੇ ਇਸ ਦੀਆਂ ਸ਼ਾਖਾਵਾਂ ਵਿਕਟੋਰੀਆ, ਨਿਊ ਵੈਸਟਮਿਨਿਸਟਰ, ਫਰੇਜ਼ਰ ਮਿਲਜ਼, ਡੰਕਨ ਕੂਬਜ਼ ਤੇ ਓਸ਼ਨ ਫਾਲਸ ਵਿੱਚ ਕਾਇਮ ਕੀਤੀਆਂ ਗਈਆਂ। ਇਸ ਸੁਸਾਇਟੀ ਨੇ 1909 ਵਿੱਚ ਵੈਂਕੂਵਰ ਗੁਰਦੁਆਰਾ ਬਣਾਇਆ। 3 ਸਾਲ ਮਗਰੋਂ ਇੱਕ ਹੋਰ ਗੁਰਦੁਆਰਾ ਵਿਕਟੋਰੀਆ ਵਿੱਚ ਬਣਾਇਆ ਗਿਆ ਤੇ ਹੋਰ ਸ਼ਹਿਰਾਂ ਵਿੱਚ ਵੀ ਛੋਟੇ-ਛੋਟੇ ਗੁਰਦੁਆਰੇ ਬਣਾਏ ਗਏ। ਸੰਯੁਕਤ ਰਾਜ ਦੀ ਖਾਲਸਾ ਦੀਵਾਨ ਸੁਸਾਇਟੀ ਨੇ ਇੱਕ ਗੁਰਦੁਆਰਾ ਸਟਾਂਕਟਨ ਵਿੱਚ ਬਣਾਇਆ। ਭਾਵੇਂ ਦੀਵਾਨ ਦੇ ਉਦੇਸ਼ ਧਾਰਮਿਕ, ਵਿਦਿਅਕ ਤੇ ਪਰਉਪਕਾਰ ਸਨ, ਪਰ ਪ੍ਰਵਾਸ ਨਾਲ ਸਮੱਸਿਆ ਤੇ ਜ਼ਾਤੀ ਭੇਦਭਾਵ ਦੀਆਂ ਘਟਨਾਵਾਂ ਨੇ ਇਹਦੀਆਂ ਕਾਰਵਾਈਆਂ ਤੇ ਵੀ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ। ਨਿਰੋਲ ਸਿੱਖ ਦੀਵਾਨ ਦੇ ਨਾਲ-ਨਾਲ ਹੋਰ ਭਾਰਤੀ ਸਭਾਵਾਂ ਵੀ
ਭਾਰਤੀ ਕਾਮਿਆਂ ਦੇ ਆਰਥਿਕ ਹਿੱਤਾਂ ਦੀ ਰੱਖਿਆ ਕਰਨ ਲਈ ਤੇ ਪ੍ਰਵਾਸੀ ਅਧਿਕਾਰੀਆਂ ਵਿਰੁੱਧ ਸੰਘਰਸ਼ ਕਰਨ ਲਈ ਹੋਂਦ ਵਿੱਚ ਆ ਗਈਆਂ। ਯੂਨਾਈਟਿਡ ਇੰਡੀਆ ਲੀਗ ਵੈਂਕੂਵਰ ਵਿੱਚ ਕਾਰਜਸ਼ੀਲ ਸੀ ਤੇ ਹਿੰਦੁਸਤਾਨੀ ਐਸੋਸੀਏਸ਼ਨ ਪੈਸੀਫਿਕ ਸਾਹਿਲ ਤੇ ਅਸਟੋਰੀਆ ਵਿੱਚ ਕਾਇਮ ਕੀਤੀ ਗਈ, ਕਿਉਂਕਿ ਗੁਰਦੁਆਰੇ ਹੀ ਅਜਿਹੀਆਂ ਥਾਵਾਂ ਸਨ ਜਿੱਥੇ ਭਾਰਤੀ ਇਕੱਠੇ ਹੋ ਕੇ ਮਿਲ ਸਕਦੇ ਸਨ ਤੇ ਸਮਾਗਮ ਕਰ ਸਕਦੇ ਸਨ। ਇਸ ਲਈ ਉਹ ਰਾਜਸੀ ਗਤੀਵਿਧੀਆਂ ਹੰਗਾਮਿਆਂ ਦੇ ਕੇਂਦਰ ਬਣ ਗਏ। ਸਿੱਖ ਦੀਵਾਨ ਤੇ ਹੋਰ ਸੰਸਥਾਵਾਂ ਨੇ ਗੁਰਮੁਖੀ, ਉਰਦੂ ਤੇ ਅੰਗਰੇਜ਼ੀ ਵਿੱਚ ਛੋਟੇ ਆਕਾਰ ਦੇ ਅਖਬਾਰ ਕੱਢਣੇ ਸ਼ੁਰੂ ਕਰ ਦਿੱਤੇ। ਜ਼ਿਆਦਾ ਸਿੱਖ ਪ੍ਰਵਾਸੀ ਸਾਬਕਾ ਫੌਜੀ ਜਾਂ ਪੁਲਿਸ ਦੇ ਸਿਪਾਹੀ ਸਨ, ਜਿਨ੍ਹਾਂ ਲਈ ਤਾਜ਼ ਦੀ ਵਫਾਦਾਰੀ ਧਰਮ ਸਿਧਾਂਤ ਵਾਂਗ ਹੀ ਸੀ। ਇਹ ਤਾਂ ਜਦੋਂ ਲੰਡਨ ਦੇ ਬਰਕਿੰਗਮ ਮਹਿਲ ਤੇ ਦਿੱਲੀ ਦੀ ਵਾਇਸਰਾਏ ਦੀ ਕੋਠੀ ਹੀ ਜਦੋਂ ਉਹਨਾਂ ਨੂੰ ਹੁੰਗਾਰਾ ਨਾ ਮਿਲਿਆ ਤਾਂ ਉਹਨਾਂ ਗੋਰਾ ਤੇ ਗੋਰੇਸ਼ਾਹੀ ਨਿੰਦਕ ਸੂਚਕ ਸ਼ਬਦ ਵਰਤਣੇ ਸ਼ੁਰੂ ਕੀਤੇ ਤੇ ਉਹਨਾਂ ਨੇ ਲਾਜਪਤ ਰਾਏ ਵਰਗੇ ਵਿਅਕਤੀਆਂ ਦੇ ਗਰਮ ਖਿਆਲੀ ਵਿਚਾਰਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ, ਜੋ ਕੈਨੇਡਾ ਤੇ ਸੰਯੁਕਤ ਰਾਜ ਦੀ ਯਾਤਰਾ ਤੇ ਗਏ ਸਨ। ਕੈਲੀਫੋਰਨੀਆ ਵਿੱਚ ਦਿੱਲੀ ਤੋਂ ਆਇਆ ਹਰਦਿਆਲ, ਜੋ ਸਟੈਨਫੋਰਡ ਯੂਨੀਵਰਸਿਟੀ ਵਿੱਚ ਲੈਕਚਰਾਰ ਸੀ, ਕੁਝ ਸਮੇਂ ਲਈ ਪ੍ਰਵਾਸੀ ਭਾਰਤੀਆਂ ਦਾ ਸਿਆਸੀ ਸਲਾਹਕਾਰ ਬਣਿਆ। ਇੱਕ ਦੋਹਰੀ ਅਗਵਾਨੀ ਉਭਰੀ, ਪਰ ਪ੍ਰਭਾਵਸ਼ਾਲੀ ਤੇ ਅਸਲੀ ਕੰਟਰੋਲ ਵਧੇਰੇ ਕਰਕੇ ਅਨਪੜ੍ਹ ਸਿੱਖ ਕਾਮਿਆਂ ਦੇ ਹੱਥ ਵਿੱਚ ਹੀ ਰਿਹਾ, ਕਿਉਂਕਿ ਪ੍ਰਵਾਸੀਆਂ ਦਾ ਵਕੀਲਾਂ ਤੇ ਸਰਕਾਰੀ ਵਿਭਾਗਾਂ ਨਾਲ ਵਾਹ ਪੈਂਦਾ ਸੀ। ਉਹਨਾਂ ਨੂੰ ਅਜਿਹੇ ਪ੍ਰਤੀਨਿਧਾਂ ਦੀ ਜ਼ਰੂਰਤ ਸੀ ਜੋ ਅੰਗਰੇਜ਼ੀ ਬੋਲ ਸਕਦੇ। ਹਿੰਦੂ ਬੁੱਧੀਜੀਵੀਆਂ ਤੇ ਸਿੱਖ ਕਾਮਿਆਂ ਵਿੱਚ ਮਤਭੇਦ ਅਟਲ ਸਨ। ਸਿੱਖ ਹਿੰਦੂਆਂ ਨੂੰ ਅੰਗਰੇਜ਼ੀ ਬੋਲਦੇ ਬਾਬੂ ਕਹਿ ਕੇ ਨਫ਼ਰਤ ਕਰਦੇ ਸਨ, ਜਿਨ੍ਹਾਂ ਵਿੱਚ ਨਿਸ਼ਚੇ ਨਾਲ ਡਟੇ ਰਹਿਣ ਦਾ ਹੌਸਲਾ ਨਹੀਂ ਸੀ। ਹਿੰਦੂ ਸਿੱਖਾਂ ਪ੍ਰਤੀ ਉਹ ਨਫ਼ਰਤ ਪ੍ਰਗਟ ਕਰਦੇ ਸਨ ਜਿਵੇਂ ਵਕੀਲ ਆਮ ਤੌਰ ਤੇ ਆਪਣੇ ਗੰਵਾਰ ਸਾਇਲਾਂ ਜਾਂ ਗਾਹਕਾਂ ਨਾਲ ਕਰਦੇ ਹਨ। ਜਵਾਲਾ ਸਿੰਘ ਤੇ ਹਰਦਿਆਲ ਸਿੰਘ ਨੇ ਉੱਦਮ ਕਰਕੇ ਸਟਾਕਟਨ ਵਿੱਚ ਪ੍ਰਵਾਸੀਆਂ ਦੀ ਇੱਕ ਸੰਸਥਾ ਕਾਇਮ ਕੀਤੀ, ਜਿਸ ਦਾ ਨਾਮ ਹਿੰਦੁਸਤਾਨੀ ਵਰਕਰਜ਼ ਆਫ ਦਾ ਪੈਸੀਫਿਕ ਕੋਸਟ ਰੱਖਿਆ। ਉਸ ਸਮੇਂ ਸੋਹਣ ਸਿੰਘ ਭਕਨਾ, ਜਿਨ੍ਹਾਂ ਦਾ ਜਨਮ 1807 ਈਸਵੀ ਵਿੱਚ ਹੋਇਆ ਤੇ ਜੋ ਉਸ ਸਮੇਂ ਓਰੇਗਨ ਦੀ ਆਰਾ ਮਿਲ ਵਿੱਚ ਕੰਮ ਕਰਦਾ ਸੀ, ਤੇ ਹਰਦਿਆਲ ਕ੍ਰਮਵਾਰ ਪ੍ਰਧਾਨ ਤੇ ਉਹ ਸਕੱਤਰ ਚੁਣੇ ਗਏ। ਜਵਾਲਾ ਸਿੰਘ ਪਿਛੋਕੜ ਵਿੱਚ ਰਿਹਾ, ਪਰੰਤੂ ਸਾਰਾ ਪੈਸਾ ਉਸਨੇ ਹੀ ਦਿੱਤਾ ਤੇ ਭਾਰਤੀ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਲਈ ਧਨ ਵੀ ਉਸਨੇ ਦਿੱਤਾ। ਇਸ ਪਾਰਟੀ ਨੇ ਸਾਨ ਫਰਾਂਸਿਸਕੋ ਵਿੱਚ ਆਪਣਾ ਨਿਵਾਸ ਸਥਾਨ ਖਰੀਦ ਲਿਆ ਤੇ ਉੱਥੋਂ ਉਰਦੂ ਵਿੱਚ ਹਫ਼ਤਾਵਾਰ ਗਦਰ ਛਾਪਣਾ ਸ਼ੁਰੂ ਕਰ ਦਿੱਤਾ, ਜੋ ਮਗਰੋਂ ਕਈ ਭਾਰਤੀ ਭਾਸ਼ਾਵਾਂ ਵਿੱਚ ਛਾਪਿਆ ਜਾਣ ਲੱਗਾ। ਪਰ ਸਭ ਤੋਂ ਵੱਡਾ ਪਰਚਾ ਗੁਰਮੁਖੀ ਵਿੱਚ ਕੱਢਿਆ ਗਿਆ। ਉਸ ਮਗਰੋਂ ਪਾਰਟੀ ਗਦਰ ਪਾਰਟੀ ਦੇ ਨਾਮ ਨਾਲ ਹੀ ਮਸ਼ਹੂਰ ਹੋ ਗਈ। ਅਖਬਾਰ ਦੇ ਪਹਿਲੇ ਅੰਕ ਵਿੱਚ ਹੀ ਇਸ ਨੇ ਆਪਣਾ ਉਦੇਸ਼ ਇਹਨਾਂ ਸ਼ਬਦਾਂ ਵਿੱਚ ਸਪਸ਼ਟ ਕਰ ਦਿੱਤਾ: ਅੱਜ ਦੇ ਦਿਨ ਵਿਦੇਸ਼ੀ ਧਰਤੀ ਤੇ ਪਰ ਆਪਣੇ ਮੁਲਕ ਦੀ ਭਾਸ਼ਾ ਵਿੱਚ ਬਰਤਾਨਵੀ ਰਾਜ ਵਿਰੁੱਧ ਜੰਗ ਸ਼ੁਰੂ ਕੀਤੀ ਜਾਂਦੀ ਹੈ। ਸਾਡਾ ਨਾਮ ਕੀ ਹੈ? ਗਦਰ। ਸਾਡਾ ਕੰਮ ਕੀ ਹੈ? ਗਦਰ। ਗਦਰ ਕਿੱਥੇ ਹੋਵੇਗਾ? ਹਿੰਦੁਸਤਾਨ ਵਿੱਚ। ਉਹ ਸਮਾਂ ਛੇਤੀ ਹੀ ਆਵੇਗਾ ਜਦੋਂ ਰਫਲਾਂ ਤੇ ਲਹੂ ਕਲਮ ਤੇ ਸਿਆਹੀ ਦੀ ਥਾਂ ਲੈਣਗੇ। ਪਰਚੇ ਦੇ ਪਹਿਲੇ ਪੰਨੇ ਦੇ ਹੇਠਲੇ ਪਾਸੇ ਸ਼ਬਦ ਸੰਕੇਤ ਸੀ: ਬਰਤਾਨਵੀ ਸਰਕਾਰ ਦਾ ਦੁਸ਼ਮਣ। ਇਸ ਦੇ ਤੀਸਰੇ ਪਰਚੇ ਵਿੱਚ, ਜੋ ਯੂਰਪ ਵਿੱਚ ਹੋਣ ਵਾਲੀ ਜੰਗ ਬਾਰੇ ਸੀ, ਹੋਰ ਵਿਆਖਿਆ ਕੀਤੀ ਗਈ ਸੀ: ਜਰਮਨੀ ਵਾਲਿਆਂ ਨੂੰ ਸਾਡੀ ਆਜ਼ਾਦੀ ਲਹਿਰ ਪ੍ਰਤੀ ਬਹੁਤ ਹਮਦਰਦੀ ਹੈ, ਕਿਉਂਕਿ ਉਹਨਾਂ ਦਾ ਤੇ ਸਾਡਾ ਅੰਗਰੇਜ਼ ਸਾਂਝਾ ਵੈਰੀ ਹੈ। ਭਵਿੱਖ ਵਿੱਚ ਜਰਮਨੀ ਨੂੰ ਸਾਥੋਂ ਸਹਾਇਤਾ ਮਿਲੇਗੀ ਤੇ ਉਹ ਸਾਨੂੰ ਬਹੁਤ ਸਹਾਇਤਾ ਦੇ ਸਕਦਾ ਹੈ। ਕੁਝ ਹੀ ਮਹੀਨਿਆਂ ਵਿੱਚ ਗਦਰ ਕੈਨੇਡਾ, ਜਾਪਾਨ, ਫਿਲੀਪਾਈਨਜ਼, ਹਾਂਗਕਾਂਗ, ਚੀਨ, ਮਲਾਇਆ, ਪ੍ਰਾਦੀਪ, ਸਿੰਗਾਪੁਰ, ਬ੍ਰਿਟਿਸ਼ ਗਿਆਨਾ, ਤ੍ਰਿਨੀਦਾਦ, ਹਾਂਡੂਰਾਸ, ਦੱਖਣੀ ਤੇ ਪੂਰਬੀ ਅਫਰੀਕਾ ਤੇ ਹੋਰ ਮੁਲਕਾਂ ਵਿੱਚ ਭੇਜਿਆ ਜਾਣ ਲੱਗਾ, ਜਿੱਥੇ ਵੀ ਭਾਰਤੀ ਬਰਾਦਰੀਆਂ ਦੇ ਲੋਕ ਵਸੇ ਹੋਏ ਸਨ। ਗਦਰ ਦੇ ਹਜ਼ਾਰਾਂ ਪਰਚੇ ਭਾਰਤ ਵਿੱਚ ਭੇਜੇ ਗਏ। ਫਿਰ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸੰਸਾਰ ਭਰ ਦਾ ਧਿਆਨ ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਦੀ ਦੁਰਗਤੀ ਵੱਲ ਖਿੱਚਿਆ। ਇਹ ਘਟਨਾ ਕੈਨੇਡਾ ਦੇ ਸਮੁੰਦਰ ਵਿੱਚ ਕਾਮਾਗਾਟਾ ਮਾਰੂ ਦੇ ਪਹੁੰਚਣ ਦੀ ਸੀ। ਕਾਮਾਗਾਟਾ ਮਾਰੂ 23 ਮਈ 1914 ਦੀ ਸਵੇਰ ਨੂੰ ਇੱਕ ਜਾਪਾਨੀ ਮੁਸਾਫਰ ਜਹਾਜ਼ ਕਾਮਾਗਾਟਾ ਮਾਰੂ ਨੇ ਵੈਂਕੂਵਰ ਸ਼ਹਿਰ ਤੇ ਪਹਾੜਾਂ ਵਿਚਕਾਰ ਸਮੁੰਦਰ ਦੀ ਇੱਕ ਸੰਕੀਰਨ ਵੰਜ ਯਾਨੀ ਖਾੜੀ, ਬੁਰਾੜ ਖਾੜੀ ਵਿੱਚ ਜਾ ਲੰਗਰ ਸੁੱਟਿਆ। ਜਹਾਜ਼ ਉੱਪਰ 376 ਭਾਰਤੀ ਸਨ, ਜਿਸ ਵਿੱਚ 30 ਮੁਸਾਫਰਾਂ ਤੋਂ ਬਿਨਾਂ ਬਾਕੀ ਸਭ ਸਿੱਖ ਸਨ। ਉਹਨਾਂ ਦਾ ਆਗੂ ਸਿੰਗਾਪੁਰ ਦਾ ਅਮੀਰ ਵਪਾਰੀ ਗੁਰਦਿੱਤ ਸਿੰਘ ਸੀ। ਗੁਰਦਿੱਤ ਸਿੰਘ ਨੇ 6 ਮਹੀਨੇ ਲਈ ਜਹਾਜ਼ ਕਿਰਾਏ ਤੇ ਲਿਆ ਸੀ
ਉਸਨੇ ਭਾਰਤ ਤੇ ਰਸਤੇ ਵਿੱਚ ਆਉਂਦੀਆਂ ਬੰਦਰਗਾਹਾਂ ਹਾਂਗਕਾਂਗ, ਸਿੰਗਾਈ, ਕੋਬੇ ਤੇ ਯੋਕੋਹਾਮਾ ਤੋਂ ਮੁਸਾਫਰ ਚੜਾਏ। ਕਾਮਾਗਾਟਾ ਮਾਰੂ ਦੇ ਆਉਣ ਨੂੰ ਬ੍ਰਿਟਿਸ਼ ਕੋਲੰਬੀਆ ਦੇ ਅਖਬਾਰਾਂ ਵਿੱਚ ਪੂਰਬੀ ਲੋਕਾਂ ਦਾ ਸ਼ਿੱਦਤ ਭਰਪੂਰ ਹਮਲਾ ਕਿਹਾ ਗਿਆ। ਜਦੋਂ ਇਹ ਜਹਾਜ਼ ਕੈਨੇਡਾ ਦੇ ਸਮੁੰਦਰ ਵਿੱਚ ਪਹੁੰਚਿਆ ਤਾਂ ਇਸ ਦੀ ਨਾਕਾਬੰਦੀ ਕਰ ਲਈ ਗਈ ਤੇ ਸਿਰਫ 22 ਆਦਮੀਆਂ ਨੂੰ ਹੀ, ਜੋ ਆਪਣੀ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕੇ, ਉਤਰਨ ਦਿੱਤਾ ਗਿਆ। ਬਾਕੀ ਦਿਆਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਗਿਆ। ਗੁਰਦਿੱਤ ਸਿੰਘ ਉੱਪਰ ਰਹਿੰਦਾ ਕਿਰਾਇਆ ਤੁਰੰਤ ਅਦਾ ਕਰਨ ਲਈ ਦਬਾਅ ਪਾਇਆ ਗਿਆ, ਨਹੀਂ ਤਾਂ ਜਹਾਜ਼ ਖੋਹ ਲਿਆ ਜਾਵੇਗਾ ਜਾਂ ਜ਼ਬਰਦਸਤੀ ਹਾਂਗਕਾਂਗ ਭੇਜ ਦਿੱਤਾ ਜਾਵੇਗਾ। ਗੁਰਦਿੱਤ ਸਿੰਘ ਦਾ ਇਹ ਰੋਸ ਕਿ ਉਹ ਰੁਪਏ ਦੀ ਅਦਾਇਗੀ ਮੁਸਾਫਰਾਂ ਨੂੰ ਇੱਕ ਇਕਰਾਰਨਾਮੇ ਅਨੁਸਾਰ ਕੈਨੇਡਾ ਵਿੱਚ ਉਤਾਰਨ ਪਿੱਛੋਂ ਤੇ ਜਹਾਜ਼ ਤੇ ਲੱਦਿਆ ਮਾਲ ਵੇਚਣ ਪਿੱਛੋਂ ਹੀ ਦੇ ਸਕੇਗਾ, ਰੱਦ ਕਰ ਦਿੱਤਾ ਗਿਆ। ਕੈਨੇਡਾ ਵਿੱਚ ਸਿੱਖ ਮਜ਼ਦੂਰਾਂ ਨੇ ਕਿਰਾਏ ਦੀ ਅਦਾਇਗੀ ਲਈ 22,000 ਪੌਂਡ ਇਕੱਠੇ ਕਰ ਲਏ। ਉਹਨਾਂ ਨੇ ਕੈਨੇਡਾ ਦੇ ਲੋਕਾਂ ਨੂੰ ਸਰਕਾਰ ਨੂੰ ਨਿਆਂ ਲਈ ਬੇਨਤੀ ਕੀਤੀ। ਬਾਦਸ਼ਾਹ ਡਿਊਕ ਆਫ ਕਨਾਟ, ਵਾਇਸਰਾਏ ਭਾਰਤ ਤੇ ਇੰਗਲੈਂਡ ਵਿੱਚ ਭਾਰਤੀ ਨੇਤਾਵਾਂ ਨੂੰ ਤਾਰਾਂ ਭੇਜੀਆਂ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਜਨਤਕ ਸਮਾਗਮ ਕੀਤੇ ਗਏ। ਸ਼੍ਰੀਮਤੀ ਐਨੀ ਬਸੰਤ ਨੇ ਅੰਗਰੇਜ਼ੀ ਅਖਬਾਰਾਂ ਵਿੱਚ ਇਹ ਮਾਮਲਾ ਉਠਾਇਆ। ਬਰਤਾਨੀਆ, ਭਾਰਤ ਤੇ ਕੈਨੇਡਾ ਦੀਆਂ ਸਰਕਾਰਾਂ ਨੇ ਇਸ ਅੰਦੋਲਨ ਜਾਂ ਵਿਰੋਧ ਵੱਲ ਕੋਈ ਧਿਆਨ ਨਾ ਦਿੱਤਾ। ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਮੰਤਰੀ ਸਰ ਰਿਚਰਡ ਮੈਕਬ੍ਰਾਈਡ ਨੇ ਸਾਫ਼-ਸਾਫ਼ ਕਹਿ ਦਿੱਤਾ, ਵੱਡੀ ਗਿਣਤੀ ਵਿੱਚ ਪੂਰਬੀ ਲੋਕਾਂ ਦੇ ਦਾਖਲੇ ਦੇਣ ਦਾ ਪ੍ਰਭਾਵ ਗੋਰੀਆਂ ਨਸਲਾਂ ਦਾ ਖਾਤਮਾ ਹੋਵੇਗਾ ਤੇ ਅਸੀਂ ਇਹ ਗੱਲ ਆਪਣੇ ਮਨ ਵਿੱਚ ਰੱਖਣ ਦੀ ਲੋੜ ਅਨੁਭਵ ਕਰਦੇ ਹਾਂ ਕਿ ਅਸੀਂ ਇਸ ਨੂੰ ਗੋਰਿਆਂ ਦਾ ਮੁਲਕ ਹੀ ਬਣਿਆ ਰਹਿਣ ਦਈਏ। ਵੈਨਕੂਵਰ ਦੇ ਸਿੱਖਾਂ ਦੀ ਸਾਹਿਲੀ ਕਮੇਟੀ ਕਾਮਾਗਾਟਾ ਮਾਰੂ ਦਾ ਮੁਕੱਦਮਾ ਅਦਾਲਤ ਵਿੱਚ ਲੈ ਗਈ। ਸੁਪਰੀਮ ਕੋਰਟ ਦੇ ਪੂਰੇ ਬੈਂਚ ਨੇ ਫੈਸਲਾ ਦਿੱਤਾ ਕਿ ਨਵੇਂ ਆਰਡਰਜ਼ ਇਨ ਕੌਂਸਲ ਅਦਾਲਤਾਂ ਨੂੰ ਪ੍ਰਵਾਸ ਵਿਭਾਗ ਦੇ ਨਿਰਣਿਆਂ ਵਿੱਚ ਦਖਲ ਦੇਣ ਤੋਂ ਰੋਕ ਲਾਉਂਦੇ ਹਨ। ਮੁਸਾਫਰਾਂ ਨੇ ਜਾਪਾਨੀ ਮਲਾਹਾਂ ਤੋਂ ਜ਼ਬਰਦਸਤੀ ਜਹਾਜ਼ ਆਪਣੇ ਅਧਿਕਾਰ ਵਿੱਚ ਕਰ ਲਿਆ ਤੇ ਉਦੋਂ ਤੱਕ ਜਹਾਜ਼ ਤੋਂ ਜਾਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਜੰਗੀ ਜਹਾਜ਼ ਨੇ ਗੋਲੀ ਚਲਾਉਣ ਦੀ ਧਮਕੀ ਨਾ ਦੇ ਦਿੱਤੀ। 2 ਮਹੀਨੇ ਕੈਨੇਡਾ ਦੀ ਪ੍ਰਾਹੁਣਾਚਾਰੀ ਪਿੱਛੋਂ ਕਾਮਾਗਾਟਾ ਮਾਰੂ ਪੈਸੀਫਿਕ ਵਿੱਚ ਚਲਾ ਗਿਆ। ਕਾਮਾਗਾਟਾ ਮਾਰੂ ਦੀਆਂ ਮੁਸੀਬਤਾਂ ਖਤਮ ਨਹੀਂ ਹੋਈਆਂ ਸਨ। ਉਹਦੇ ਕਿਸੇ ਵੀ ਮੁਸਾਫਰ ਨੂੰ ਹਾਂਗਕਾਂਗ ਜਾਂ ਸਿੰਗਾਪੁਰ, ਜਿੱਥੇ ਕਈਆਂ ਦਾ ਘਰ ਸੀ, ਉਤਰਨ ਨਾ ਦਿੱਤਾ ਗਿਆ। ਇਹ ਜਹਾਜ਼ ਆਖਰ ਹੁਗਲੀ ਪਹੁੰਚਿਆ ਤੇ ਬਜਬਜ ਬੰਦਰਗਾਹ ਦੀ ਗੋਦੀ ਵਿੱਚ ਆ ਰੁਕਿਆ। ਪੁਲਿਸ ਨੇ ਤਲਾਸ਼ੀ ਲਈ ਪਰ ਕੋਈ ਹਥਿਆਰ ਨਾ ਮਿਲਿਆ। ਅਜੇ ਜਹਾਜ਼ ਸਮੁੰਦਰ ਵਿੱਚ ਹੀ ਸੀ ਜਦੋਂ ਜੰਗ ਛਿੜ ਪਈ ਸੀ ਤੇ ਗੌਰਮਿੰਟ ਕੋਲ ਮੁੜ ਰਹੇ ਪ੍ਰਵਾਸੀਆਂ ਨੂੰ ਰੋਕਣ ਦੇ ਅਧਿਕਾਰ ਆ ਗਏ ਸਨ। ਮੁਸਾਫਰਾਂ ਨੂੰ ਪੰਜਾਬ ਨੂੰ ਜਾਣ ਵਾਲੀ ਗੱਡੀ ਤੇ ਚੜ੍ਹਨ ਦਾ ਹੁਕਮ ਦਿੱਤਾ ਗਿਆ। ਸਿੱਖਾਂ ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਇੱਕ ਜਲੂਸ ਦੀ ਸ਼ਕਲ ਵਿੱਚ ਜਹਾਜ਼ ਤੋਂ ਉਤਰ ਕੇ ਤੇ ਆਪਣੇ ਵਿਚਕਾਰ ਗ੍ਰੰਥ ਲੈ ਕੇ ਤੁਰ ਪਏ। ਪੁਲਿਸ ਤੇ ਫੌਜ ਦੀ ਟੁਕੜੀ ਨੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਝਗੜਾ ਸ਼ੁਰੂ ਹੋਣ ਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਨਾਲ 18 ਆਦਮੀ ਮਾਰੇ ਗਏ ਤੇ 25 ਹੋਰ ਜ਼ਖਮੀ ਹੋ ਗਏ। ਬਾਕੀ ਦੇ ਘੇਰ ਕੇ ਗ੍ਰਿਫਤਾਰ ਕਰ ਲਏ ਗਏ ਤੇ ਉਹਨਾਂ ਨੂੰ ਪੰਜਾਬ ਭੇਜ ਦਿੱਤਾ ਗਿਆ, ਜਿੱਥੇ ਉਹਨਾਂ ਵਿੱਚੋਂ 200 ਤੋਂ ਵੱਧ ਨੂੰ ਘੁਸਪੈਠ ਦੇ ਕਾਨੂੰਨ ਅਧੀਨ ਨਜ਼ਰਬੰਦ ਕਰ ਦਿੱਤਾ ਗਿਆ। ਪੰਜਾਬ ਵਿੱਚ ਇਨਕਲਾਬ। ਗਦਰ ਪਾਰਟੀਆਂ ਦੇ ਆਗੂਆਂ ਨੇ ਯੂਰਪ ਵਿੱਚ ਜੰਗ ਲਈ ਤਿਆਰੀ ਕਰ ਲਈ ਸੀ। ਕਿਉਂਕਿ ਕੈਨੇਡਾ ਬਰਤਾਨਵੀ ਸਾਮਰਾਜ ਦਾ ਭਾਗ ਸੀ, ਇਸ ਲਈ ਉਹਨਾਂ ਨੇ ਆਪਣੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਸੰਯੁਕਤ ਰਾਜ ਵਿੱਚ ਪਰਿਵਰਤਿਤ ਕਰ ਲਈਆਂ। ਜੰਗ ਦੇ ਐਲਾਨ ਤੋਂ ਇੱਕ ਹਫ਼ਤਾ ਪਿੱਛੋਂ ਭਾਰਤੀਆਂ ਦਾ ਇੱਕ ਵੱਡਾ ਜਲਸਾ ਸੈਕਰਾਮੈਂਟੋ ਵਿੱਚ ਹੋਇਆ। ਕਈ ਹਜ਼ਾਰ ਕਾਮਿਆਂ ਨੇ ਭਾਰਤ ਵਿੱਚ ਕ੍ਰਾਂਤੀਕਾਰੀ ਕਾਰਵਾਈਆਂ ਲਈ ਸਵੈ ਇੱਛਾ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਉਹਨਾਂ ਦੇ ਰਸਤੇ ਦੇ ਕਿਰਾਏ ਲਈ ਰਕਮ ਇਕੱਠੀ ਕੀਤੀ ਗਈ ਤੇ ਭਾਰਤ ਨੂੰ ਜਾ ਰਹੇ ਸਮੁੰਦਰੀ ਜਹਾਜ਼ਾਂ ਤੇ ਚੜ੍ਹਨ ਲਈ ਦੌੜ ਲੱਗ ਗਈ। ਇਸ ਨਾਜ਼ੁਕ ਮੌਕੇ ਤੇ ਗਦਰ ਪਾਰਟੀ ਆਪਣੇ ਨੇਤਾਵਾਂ ਤੋਂ ਵੰਚਿਤ ਹੋ ਗਈ। ਜਵਾਲਾ ਸਿੰਘ ਤੇ ਸੋਹਣ ਸਿੰਘ ਪਕਣਾ ਨੇ ਭਾਰਤ ਵਿੱਚ ਕ੍ਰਾਂਤੀਕਾਰੀ ਕਾਰਜ ਲਈ ਨਾਮ ਲਿਖਵਾ ਦਿੱਤਾ। ਹਰਦਿਆਲ ਸਿੰਘ, ਜੋ ਪਹਿਲਾਂ ਗੜਬੜ ਫੈਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜ਼ਮਾਨਤ ਹੋਣ ਪਿੱਛੋਂ ਸਵਿਟਜ਼ਰਲੈਂਡ ਭੱਜ ਗਿਆ। ਉਹਨਾਂ ਦੀ ਗੈਰ ਮੌਜੂਦਗੀ ਵਿੱਚ ਪਾਰਟੀ ਦਾ ਸਾਰਾ ਕੰਮ ਪੇਸ਼ਾਵਰ ਤੋਂ ਇੱਕ ਪੰਡਿਤ ਰਾਮਚੰਦਰ ਦੇ ਹੱਥ ਆ ਗਿਆ। ਕ੍ਰਾਂਤੀਕਾਰੀਆਂ ਦੀ ਪਹਿਲੀ ਟੋਲੀ ਜਵਾਲਾ ਸਿੰਘ ਦੀ ਅਗਵਾਈ ਵਿੱਚ ਸਨ ਫਰਾਂਸਿਸਕੋ ਤੋਂ ਅਗਸਤ 1914 ਵਿੱਚ ਕੋਰੀਆ ਜਹਾਜ਼ ਰਾਹੀਂ ਸਮੁੰਦਰੀ ਰਸਤੇ ਗਈ। ਰਾਮਚੰਦਰ ਨੇ ਉਹਨਾਂ ਨੂੰ ਇਹਨਾਂ ਸ਼ਬਦਾਂ ਨਾਲ ਸੰਬੋਧਿਤ ਕੀਤਾ, ਤੁਹਾਡਾ ਕਰਤੱਵ ਸਪਸ਼ਟ ਹੈ, ਮੁਲਕ ਦੇ ਹਰ ਕੋਨੇ ਵਿੱਚ ਬਗਾਵਤ ਫੈਲਾ ਦਿਓ, ਅਮੀਰਾਂ ਨੂੰ ਲੁੱਟ ਲਓ ਤੇ ਗਰੀਬਾਂ ਤੇ ਰਹਿਮ ਕਰੋ, ਇਸ ਤਰ੍ਹਾਂ ਸਭ ਦੀ ਹਮਦਰਦੀ ਪ੍ਰਾਪਤ ਕਰੋ। ਭਾਰਤ ਪਹੁੰਚਣ ਤੇ ਤੁਹਾਨੂੰ ਹਥਿਆਰ ਦਿੱਤੇ ਜਾਣਗੇ,
ਜੇ ਇੰਜ ਨਾ ਹੋਇਆ ਤਾਂ ਤੁਸੀਂ ਰਫਲਾਂ ਲਈ ਥਾਣੇ ਲੁੱਟ ਲਵੋ। ਬਿਨਾਂ ਕਿਸੇ ਝਿਜਕ ਤੇ ਆਪਣੇ ਆਗੂਆਂ ਦੇ ਹੁਕਮ ਦਾ ਪਾਲਣ ਕਰੋ। ਕੈਂਟਨ ਪਹੁੰਚਣ ਤੇ ਕੋਰੀਆ ਵਿੱਚ 90 ਹੋਰ ਸਵੈ ਸੇਵਕ ਆ ਮਿਲੇ। ਬਰਤਾਨੀਆ ਜਸੂਸੀ ਵਿਭਾਗ ਨੂੰ ਗਦਰੀਆਂ ਦੀਆਂ ਯੋਜਨਾਵਾਂ ਦੀ ਜਾਣਕਾਰੀ ਮਿਲ ਗਈ ਸੀ ਤੇ ਜਿਉਂ ਹੀ ਜਹਾਜ਼ ਕਲਕੱਤਾ ਦੀ ਬੰਦਰਗਾਹ ਦੀ ਗੋਦੀ ਵਿੱਚ ਰੁਕਿਆ, ਜਵਾਲਾ ਸਿੰਘ ਸਮੇਤ ਸਭ ਸਰਗਣੇ ਗ੍ਰਿਫਤਾਰ ਕਰ ਲਏ ਗਏ। ਜਿਹੜੇ ਪੁਲਿਸ ਦੀ ਨਜ਼ਰ ਤੋਂ ਬਚ ਗਏ, ਉਹ ਚੁੱਪਚਾਪ ਆਪਣੇ ਪਿੰਡਾਂ ਨੂੰ ਚਲੇ ਗਏ। ਗਦਰੀ ਕੈਨੇਡਾ, ਸੰਯੁਕਤ ਰਾਜ, ਹਾਂਗਕਾਂਗ, ਸ਼ੰਘਾਈ, ਚੀਨ, ਜਲਡਮਰੂ ਬਸਤੀਆਂ, ਬੋਰਨੀਓ, ਜਾਪਾਨ ਤੇ ਫਿਲੀਪਾਈਨਜ਼ ਵਿੱਚ ਜੱਥਿਆਂ ਵਿੱਚ ਆਉਂਦੇ ਰਹੇ। ਭਾਰਤ ਵੱਲ ਆਉਂਦਿਆਂ ਉਹਨਾਂ ਨੇ ਰਸਤੇ ਵਿੱਚ ਨਿਯੁਕਤ ਭਾਰਤੀ ਪਲਟਨਾਂ ਨਾਲ ਸੰਪਰਕ ਕੀਤਾ। ਹਾਂਗਕਾਂਗ ਵਿੱਚ 26 ਪੰਜਾਬੀ ਪਲਟਨ ਨਾਲ, ਸਿੰਗਾਪੁਰ ਵਿੱਚ ਮਲਾਇਆ ਸਟੇਟ ਗਾਈਡਸ ਤੇ 5 ਲਾਈਟ ਇਨਫੈਂਟਰੀ ਤੇ ਪੈਨਾਗ ਵਿੱਚ ਸਿੱਖ ਸਿਪਾਹੀਆਂ ਦੀ ਇੱਕ ਟੋਲੀ ਨਾਲ ਉਹਨਾਂ ਨੇ ਸੰਪਰਕ ਕੀਤਾ। ਜਿਹੜੇ ਜਾਪਾਨੀ ਜਹਾਜ਼ਾਂ ਦੇ ਬੇੜੇ ਗਦਰੀਆਂ ਨੂੰ ਭਾਰਤ ਵਿੱਚ ਲੈ ਕੇ ਆਏ, ਉਹਨਾਂ ਵਿੱਚੋਂ ਮਸ਼ਹੂਰ ਇੱਕ ਤਾਂ ਤੋਸ਼ਾ ਮਾਰੂ ਸੀ, ਜੋ ਅਕਤੂਬਰ ਦੇ ਅਖੀਰ ਵਿੱਚ ਕਲਕੱਤਾ ਪਹੁੰਚਿਆ, ਤੇ ਦੂਸਰਾ ਮਿਸੀਮਾ ਮਾਰੂ, ਜੋ ਕੋਲੰਬੋ ਦੀ ਗੋਦੀ ਵਿੱਚ ਰੁਕਿਆ। ਤੋਸ਼ਾ ਮਾਰੂ ਦੀ ਪੁਲਿਸ ਨੇ ਤਲਾਸ਼ੀ ਲਈ ਤੇ 4 ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। 197 ਮੁਸਾਫਰ ਪੁਲਿਸ ਸੁਰੱਖਿਆ ਅਧੀਨ ਪੰਜਾਬ ਭੇਜ ਦਿੱਤੇ ਗਏ। ਭਾਰਤੀ ਪੁਲਿਸ ਦੱਖਣੀ ਭਾਰਤ ਦੀਆਂ ਬੰਦਰਗਾਹਾਂ ਰਾਹੀਂ ਕ੍ਰਾਂਤੀਕਾਰੀਆਂ ਦੇ ਆਉਣ ਦੀ ਸੰਭਾਵਨਾ ਦੀ ਪੇਸ਼ਬੰਦੀ ਨਾ ਕਰ ਸਕੀ। ਇਸ ਤਰ੍ਹਾਂ ਬਹੁਤ ਸਾਰੇ ਪੰਜਾਬ ਪਹੁੰਚ ਕੇ ਇਹ ਅਨੁਮਾਨ ਲਾਇਆ ਗਿਆ ਸੀ ਕਿ ਦਸੰਬਰ 1914 ਤੱਕ ਲਗਭਗ 1000 ਗਦਰੀ ਭਾਰਤ ਪਹੁੰਚ ਚੁੱਕੇ ਸਨ। ਭਾਰਤ ਵਿੱਚ ਦਾਖਲੇ ਦਾ ਅਧਿਆਦੇਸ਼ ਜੋ 5 ਸਤੰਬਰ ਨੂੰ ਲਾਗੂ ਕਰ ਦਿੱਤਾ ਗਿਆ, ਇਸ ਨੇ ਅਧਿਕਾਰੀਆਂ ਨੂੰ ਵਤਨ ਆ ਰਹੇ ਪ੍ਰਵਾਸੀਆਂ ਨੂੰ ਨਜ਼ਰਬੰਦ ਕਰਨ ਦੇ ਅਧਿਕਾਰ ਦੇ ਦਿੱਤੇ। ਭਾਰਤ ਰੱਖਿਆ ਕਾਨੂੰਨ ਜੋ 19 ਮਾਰਚ 1915 ਨੂੰ ਪਾਸ ਕੀਤਾ ਗਿਆ, ਉਸ ਨੇ ਗਵਰਨਰ ਜਨਰਲ ਨੂੰ ਇਹ ਅਧਿਕਾਰ ਦੇ ਦਿੱਤੇ ਕਿ ਉਹ ਕਿਸੇ ਵੀ ਸਿਵਲ ਜਾਂ ਫੌਜੀ ਅਧਿਕਾਰੀ ਨੂੰ ਇਹ ਅਧਿਕਾਰ ਦੇ ਸਕਦਾ ਹੈ ਕਿ ਉਹ ਕਿਸੇ ਵੀ ਖੇਤਰ ਵਿੱਚ ਸ਼ੱਕੀ ਵਿਅਕਤੀ ਦਾ ਪ੍ਰਵੇਸ਼ ਰੋਕ ਸਕਦਾ ਹੈ, ਜਿਸ ਦਾ ਦਾਖਲਾ ਜਨਤਕ ਹਿੱਤਾਂ ਦੇ ਕਿਸੇ ਤਰ੍ਹਾਂ ਵੀ ਵਿਰੁੱਧ ਹੋਵੇ ਜਾਂ ਕਿਸੇ ਵੀ ਵਿਅਕਤੀ ਨੂੰ ਵਿਸ਼ੇਸ਼ ਖੇਤਰ ਵਿੱਚ ਰਿਹਾਇਸ਼ ਰੱਖਣ ਤੋਂ ਵਰਜ ਦੇਵੇ। ਇਹ ਕਾਨੂੰਨ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 16 ਵਿੱਚ ਸੰਦੇਹਪੂਰਨ ਵਿਅਕਤੀਆਂ ਦੀਆਂ ਗਤੀਵਿਧੀਆਂ ਉੱਪਰ ਪਾਬੰਦੀ ਲਾਉਣ ਲਈ ਵਰਤਿਆ ਗਿਆ। ਗਦਰੀਆਂ ਨੂੰ ਇਹ ਜਾਣ ਕੇ ਬੜੀ ਨਿਰਾਸ਼ਤਾ ਹੋਈ ਕਿ ਭਾਰਤ ਵਿੱਚ ਮਾਹੌਲ ਬਿਲਕੁਲ ਹੀ ਕ੍ਰਾਂਤੀ ਲਈ ਅਨੁਕੂਲ ਨਹੀਂ ਸੀ। ਰਾਸ਼ਟਰੀ ਕਾਂਗਰਸ ਦੇ ਨੇਤਾਵਾਂ ਦੀ ਵੀ ਅੰਗਰੇਜ਼ਾਂ ਨਾਲ ਹਮਦਰਦੀ ਸੀ। ਮਹਾਤਮਾ ਗਾਂਧੀ ਨੇ ਆਪਣੇ ਆਪ ਨੂੰ ਡਾਕਟਰੀ ਸੇਵਾਵਾਂ ਲਈ ਪੇਸ਼ ਕੀਤਾ ਤੇ ਸਗੋਂ ਬਾਲ ਗੰਗਾਧਰ ਵਰਗੇ ਗਰਮ ਖਿਆਲੀ ਨੇਤਾ ਨੇ ਵੀ ਉਹਨਾਂ ਲੋਕਾਂ ਪ੍ਰਤੀ ਸਖਤ ਨਾਪਸੰਦਗੀ ਜ਼ਾਹਿਰ ਕੀਤੀ ਸੀ ਜੋ ਸਥਿਤੀ ਦਾ ਲਾਭ ਉਠਾਉਣਾ ਚਾਹੁੰਦੇ ਸਨ। ਪੰਜਾਬ ਆਪਣੇ 94 ਜਵਾਨ ਲੜਾਈ ਲਈ ਭੇਜ ਰਿਹਾ ਸੀ। ਇੱਕ ਉੱਘੀ ਸਿੱਖ ਰਾਜਸੀ ਜਥੇਬੰਦੀ ਚੀਫ ਖਾਲਸਾ ਦੀਵਾਨ ਨੇ ਤਾਜ ਪ੍ਰਤੀ ਆਪਣੀ ਵਫਾਦਾਰੀ ਮੁੜ ਦੁਹਰਾਈ ਸੀ ਤੇ ਕਈ ਮਸ਼ਹੂਰ ਸਿੱਖ ਗੁਰਦੁਆਰਿਆਂ ਦੇ ਮਹੰਤਾਂ ਨੇ ਗਦਰੀਆਂ ਨੂੰ ਖੂਨੀ, ਗੁੰਡੇ, ਪਤੇ ਤੇ ਗਦਾਰ ਆਖ ਕੇ ਭੰਡਿਆ ਸੀ। ਗਦਰੀਆਂ ਨੇ ਕਿਸਾਨਾਂ ਵਿੱਚ ਪੈਰ ਧਰਨ ਲਈ ਸਿਰ ਤੋੜ ਯਤਨ ਕੀਤੇ। ਉਹ ਅੰਮ੍ਰਿਤਸਰ, ਨਨਕਾਣਾ ਸਾਹਿਬ ਤੇ ਤਰਨਤਾਰਨ ਦੇ ਧਾਰਮਿਕ ਤਿਉਹਾਰਾਂ ਤੇ ਵੀ ਗਏ ਤੇ ਲੋਕਾਂ ਨੂੰ ਖੁੱਲ੍ਹ-ਮੁਖੁੱਲਾ ਵਿਦਰੋਹ ਕਰਨ ਲਈ ਉਕਸਾਇਆ। ਉਹਨਾਂ ਨੂੰ ਬਹੁਤ ਘੱਟ ਹੁੰਗਾਰਾ ਮਿਲਿਆ ਤੇ ਆਖਰ ਕ੍ਰਾਂਤੀਕਾਰੀਆਂ ਨੂੰ ਆਪਣੇ ਸਾਧਨ ਤੇ ਵਸੀਲੇ ਆਪ ਲੱਭਣੇ ਪਏ। ਉਹਨਾਂ ਨੇ ਸਭਾਵਾਂ ਕੀਤੀਆਂ ਤੇ ਸਰਕਾਰੀ ਖਜ਼ਾਨੇ ਤੇ ਅਸਲਾਖਾਨਿਆਂ ਤੇ ਹਮਲਾ ਕਰਕੇ ਲੁੱਟਣ ਦੀਆਂ ਯੋਜਨਾਵਾਂ ਤਿਆਰ ਕੀਤੀਆਂ, ਪਰੰਤੂ 1914 ਦੇ ਅੰਤ ਤੱਕ ਉਹਨਾਂ ਨੂੰ ਕੁਝ ਥਾਈਂ ਡਾਕੇ ਮਾਰਨ, ਇੱਕ ਪੁਲਿਸ ਦਾ ਸਿਪਾਹੀ ਤੇ ਇੱਕ ਪਿੰਡ ਦੇ ਨੰਬਰਦਾਰ ਦਾ ਕਤਲ ਕਰਨ ਵਿੱਚ ਹੀ ਸਫਲਤਾ ਮਿਲੀ। 1915 ਦੇ ਸ਼ੁਰੂ ਵਿੱਚ ਗਦਰੀਆਂ ਨੇ ਮੁਲਕ ਦੇ ਦੂਸਰੇ ਭਾਗਾਂ ਵਿੱਚ ਆਤੰਕਵਾਦੀਆਂ ਸੰਸਥਾਵਾਂ ਨਾਲ ਸੰਬੰਧ ਸਥਾਪਿਤ ਕਰ ਲਏ। ਜਨਵਰੀ ਵਿੱਚ ਰਾਸ ਬਿਹਾਰੀ, 1912 ਵਿੱਚ ਲਾਰਡ ਹਾਰਡਿੰਗ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਲ ਦਾ ਨੇਤਾ, ਪੰਜਾਬ ਆਇਆ ਤੇ ਉਸਨੇ ਕ੍ਰਾਂਤੀ ਦੀ ਵਾਗਡੋਰ ਸੰਭਾਲੀ। ਬੋਸ ਨੇ ਲਾਹੌਰ ਵਿੱਚ 23ਵੀਂ ਰਸਾਲੇ ਤੇ ਫਿਰੋਜ਼ਪੁਰ ਦੀ 26 ਪੰਜਾਬ ਪਲਟਨ ਦੇ ਕੁਝ ਆਦਮੀਆਂ ਤੇ ਉਮੀਦ ਲਾਈ ਹੋਈ ਸੀ, ਜਿਨ੍ਹਾਂ ਨੇ ਉਸ ਨੂੰ ਬਗਾਵਤ ਕਰਨ ਲਈ ਸਹਿਮਤੀ ਦਿੱਤੀ ਹੋਈ ਸੀ। ਮੇਰਠ ਦੀ 28ਵੀਂ ਪਾਇਨੀਅਰ ਤੇ 12ਵੇਂ ਰਸਾਲੇ ਦਾ ਹੁੰਗਾਰਾ ਵੀ ਉਤਸ਼ਾਹਪੂਰਨ ਸੀ। ਬੋਸ ਨੇ ਆਪਣੇ ਪ੍ਰਤੀਨਿਧ ਅੰਬਾਲਾ, ਆਗਰਾ, ਕਾਨਪੁਰ, ਇਲਾਹਾਬਾਦ, ਬਨਾਰਸ, ਫੈਜ਼ਾਬਾਦ, ਲਖਨਊ, ਮੁਲਤਾਨ, ਜੇਹਲਮ, ਕੋਹਾਟ, ਰਾਵਲਪਿੰਡੀ, ਮਰਦਾਨ ਤੇ ਪੇਸ਼ਾਵਰ ਦੀਆਂ ਛਾਉਣੀਆਂ ਵਿੱਚ ਵੀ ਭੇਜੇ। ਉਚਿਤ ਰਿਪੋਰਟਾਂ ਮਿਲਣ ਤੇ ਉਸਨੇ 21 ਫਰਵਰੀ 1915 ਦਾ ਦਿਨ ਭਾਰਤੀ ਫੌਜੀਆਂ ਦੇ ਆਮ ਵਿਦਰੋਹ ਲਈ ਨਿਸ਼ਚਿਤ ਕਰ ਦਿੱਤਾ। ਬੰਬ ਬਣਾਉਣ ਦੇ ਕਾਰਖਾਨੇ ਅੰਮ੍ਰਿਤਸਰ, ਝੱਬੇਵਾਲ ਯਾਨੀ ਲੁਧਿਆਣਾ ਨੇੜੇ ਤੇ ਲੋਹਟ ਬੱਦੀ ਵਿੱਚ ਲਾਏ ਗਏ। ਕ੍ਰਾਂਤੀਕਾਰੀਆਂ ਨੂੰ ਤਾਰਾਂ ਕੱਟਣ ਤੇ ਰੇਲਾਂ ਲੀਹਾਂ ਤੋਂ ਲਾਉਣ ਲਈ ਉਪਕਰਨ ਦਿੱਤੇ ਗਏ। ਤਿਰੰਗੇ ਕੌਮੀ ਝੰਡੇ ਬਣਾਏ ਗਏ ਤੇ ਐਲਾਨੇ ਜੰਗ ਦੀਆਂ ਹੋਰ ਕਾਪੀਆਂ ਸਾਈਕਲੋ ਸਟਾਈਲ ਕਰਕੇ ਵੰਡੀਆਂ ਗਈਆਂ।
ਇਹ ਬੜੀਆਂ ਧਿਆਨ ਨਾਲ ਬਣਾਈਆਂ ਵਿਉਂਤਾਂ ਵੀ ਪੁਲਿਸ ਨੇ ਨਕਾਰਾ ਕਰ ਦਿੱਤੀਆਂ, ਕਿਉਂਕਿ ਉਹ ਇੱਕ ਗ੍ਰਿਫਤਾਰ ਕ੍ਰਾਂਤੀਕਾਰੀ ਤੋਂ ਜਾਣਕਾਰੀ ਲੈਣ ਵਿੱਚ ਸਫਲ ਹੋ ਗਈ। ਬੋਸ ਨੇ ਵਿਦਰੋਹ ਦੀ ਤਾਰੀਖ 21 ਫਰਵਰੀ ਦੀ ਥਾਂ ਤੇ ਹੋਰ ਪਹਿਲਾਂ 19 ਫਰਵਰੀ ਨੂੰ ਨਿਸ਼ਚਿਤ ਕਰ ਦਿੱਤੀ। ਇਸ ਤਬਦੀਲੀ ਦੀ ਜਾਣਕਾਰੀ ਜਾਸੂਸ ਨੇ ਪੁਲਿਸ ਨੂੰ ਪਹੁੰਚਾ ਦਿੱਤੀ, ਜੋ ਬੋਸ ਦੀ ਅੰਦਰੂਨੀ ਕਮੇਟੀ ਅੰਦਰ ਘੁਸਣ ਵਿੱਚ ਕਾਮਯਾਬ ਹੋ ਚੁੱਕਾ ਸੀ। ਅਸੰਤੁਸ਼ਟ ਪਲਟਨਾਂ ਬੇਹਥਿਆਰ ਕਰ ਦਿੱਤੀਆਂ ਗਈਆਂ। ਸ਼ੱਕੀਆਂ ਉੱਪਰ ਫੌਜੀ ਅਦਾਲਤ ਵਿੱਚ ਮੁਕੱਦਮੇ ਚਲਾਏ ਗਏ ਤੇ ਉਹਨਾਂ ਨੂੰ ਫਾਂਸੀ ਲਾਇਆ ਗਿਆ। ਕ੍ਰਾਂਤੀਕਾਰੀ ਨਿਸਫਲ ਹੀ ਫੌਜਾਂ ਦੇ ਬਾਹਰ ਆਉਣ ਦੀ ਤੇ ਬਗਾਵਤ ਕਰਨ ਦੀ ਉਡੀਕ ਕਰਦੇ ਰਹੇ। ਫਿਰ ਉਹ ਖਿੰਡ ਪੁੱਟ ਗਏ ਤੇ ਉਹ ਪੁਲਿਸ ਦੇ ਵਿਛਾਏ ਹੋਏ ਜਾਲ ਵਿੱਚ ਫਸ ਗਏ। ਰਾਸ ਬਿਹਾਰੀ ਭੇਸ ਬਦਲ ਕੇ ਪੰਜਾਬ ਛੱਡ ਗਿਆ। 1915 ਦੀਆਂ ਗਰਮੀਆਂ ਤੱਕ ਗਦਰ ਲਹਿਰ ਖਤਮ ਹੋ ਗਈ ਸੀ। ਕੁਝ ਸਿਰਲੱਥ ਵਿਅਕਤੀ ਜੋ ਭਗੌੜੇ ਹੋ ਗਏ, ਉਹਨਾਂ ਨੇ ਆਪਣਾ ਗੁੱਸਾ ਜਾਸੂਸਾਂ, ਸਰਕਾਰੀ ਗਵਾਹਾਂ ਤੇ ਕ੍ਰਾਂਤੀਕਾਰੀਆਂ ਨੂੰ ਫੜਾਉਣ ਵਾਲਿਆਂ ਤੇ ਪੁਲਿਸ ਨਾਲ ਸਹਿਯੋਗ ਕਰਨ ਵਾਲਿਆਂ ਤੇ ਕੱਢਿਆ। ਪਤਝੜ ਦੀ ਰੁੱਤ ਤੱਕ ਉਹ ਵੀ ਫੜ ਲਏ ਗਏ ਜਾਂ ਉਹ ਡਰ ਕੇ ਦੜ ਬੱਟ ਗਏ। ਇੱਕ ਹੋਰ ਸਾਜ਼ਿਸ਼ ਜੋ ਮੰਡੀ ਰਿਆਸਤ ਵਿੱਚ ਘੜੀ ਗਈ ਸੀ, ਉਹ ਵੀ ਨਿਸਫਲ ਹੋ ਗਈ। 6 ਆਦਮੀ ਗ੍ਰਿਫਤਾਰ ਕੀਤੇ ਗਏ, ਮੁਕੱਦਮਾ ਚਲਾਇਆ ਗਿਆ ਤੇ ਵੱਖ-ਵੱਖ ਮਿਆਦ ਲਈ ਕੈਦ ਦੀ ਸਜ਼ਾ ਦਿੱਤੀ ਗਈ। ਸਿੰਗਾਪੁਰ ਬਗਾਵਤ। ਸੰਯੁਕਤ ਰਾਜ ਤੇ ਕੈਨੇਡਾ ਚੋਂ ਵਾਪਸ ਆ ਰਹੇ ਗਦਰੀਆਂ ਨੇ ਇੱਕ ਮੁਸਲਮਾਨ ਪਲਟਨ ਯਾਨੀ 5ਵੀਂ ਲਾਈਟ ਇਨਫੈਂਟਰੀ ਨਾਲ ਸੰਪਰਕ ਕਾਇਮ ਕੀਤਾ, ਜੋ ਸਿੰਗਾਪੁਰ ਵਿੱਚ ਨਿਯੁਕਤ ਸੀ। 15 ਫਰਵਰੀ 1915 ਦੇ ਲੋਹੜੇ ਪਹਿਰ 5ਵੀਂ ਲਾਈਟ ਇਨਫੈਂਟਰੀ ਦੇ ਆਦਮੀਆਂ ਨੇ ਫੌਜੀ ਜੇਲ੍ਹ ਤੇ ਪਹਿਰਾ ਦੇ ਰਹੇ ਸਥਾਨਕ ਰਾਖਵੇਂ ਸੈਨਿਕਾਂ ਤੇ ਧਾਵਾ ਬੋਲ ਦਿੱਤਾ। ਜਰਮਨ ਮਲਾਹਾਂ ਨੂੰ, ਜੋ ਐਮਡਨ ਦੇ ਕੋਲ ਭੰਡਾਰ ਵਿੱਚ ਜਕੜੇ ਹੋਏ ਸਨ, ਛੁਡਾ ਲਿਆ ਤੇ ਕਿਲੇ ਤੇ ਕਬਜ਼ਾ ਕਰ ਲਿਆ। ਵਿਦਰੋਹ ਕਰਨ ਵਾਲਿਆਂ ਦੀ ਗਿਣਤੀ 700 ਤੋਂ ਵੱਧ ਸੀ। ਲੋਕਾਂ ਨੂੰ ਵਿਦਰੋਹ ਲਈ ਭੜਕਾਉਣ ਲਈ ਉਹ ਸ਼ਹਿਰ ਵੱਲ ਤੁਰ ਪਏ। ਰਾਹ ਵਿੱਚ ਉਹ ਮਲਾਇਆ ਸਟੇਟ ਗਾਈਡਸ ਤੇ ਸਥਾਨਕ ਜੇਲ੍ਹ ਤੇ ਪਹਿਰੇਦਾਰ ਸਿੱਖਾਂ ਨਾਲ ਲੜ ਪਏ। ਇਸ ਨੇ ਵਿਦਰੋਹ ਨੂੰ ਸਿੱਖ ਬਨਾਮ ਮੁਸਲਿਮ ਯਾਨੀ ਸੰਪਰਦਾਇਕ ਰੰਗ ਦੇ ਦਿੱਤਾ। ਇਹ ਵਿਦਰੋਹ ਸਥਾਨਕ ਫੌਜ, ਪੁਲਿਸ ਤੇ ਬਰਤਾਨਵੀ ਬੇੜੀ ਕੈਡਮਸ ਦੇ ਸਾਂਝੇ ਯਤਨਾਂ ਨਾਲ ਦਬਾ ਦਿੱਤਾ ਗਿਆ। 48 ਘੰਟਿਆਂ ਦੀ ਲੜਾਈ ਵਿੱਚ 44 ਆਦਮੀ ਮਾਰੇ ਗਏ, ਜਿਨ੍ਹਾਂ ਵਿੱਚ 8 ਅੰਗਰੇਜ਼ ਅਧਿਕਾਰੀ ਸਨ। ਬਾਗੀ ਕਿਤਨੇ ਮਰੇ, ਉਹਨਾਂ ਬਾਰੇ ਕੋਈ ਲਿਖਤੀ ਪ੍ਰਮਾਣ ਨਹੀਂ ਹੈ, ਪਰੰਤੂ ਮਗਰੋਂ 126 ਉੱਤੇ ਸੰਖੇਪ ਫੌਜੀ ਅਦਾਲਤ ਰਾਹੀਂ ਮੁਕੱਦਮੇ ਚਲਾਏ ਗਏ, ਜਿਨ੍ਹਾਂ ਵਿੱਚ 37 ਫਾਂਸੀ ਲਾਏ ਗਏ, 41 ਨੂੰ ਉਮਰ ਕੈਦ ਹੋਈ। ਦੰਡਿਤ ਵਿਅਕਤੀਆਂ ਨੂੰ ਸਿੰਗਾਪੁਰ ਵਿੱਚ ਸ਼ਰੇਆਮ ਫਾਂਸੀ ਲਾਇਆ ਗਿਆ। ਗਦਰ ਵਿੱਚ ਜਰਮਨੀ ਦੀ ਸ਼ਿਰਕਤ। ਗਦਰ ਲਹਿਰ ਤੋਂ ਘੱਟੋ-ਘੱਟ ਇੱਕ ਦਹਾਕਾ ਪਹਿਲਾਂ ਤੋਂ ਹੀ ਭਾਰਤੀ ਕ੍ਰਾਂਤੀਕਾਰੀਆਂ ਦੇ ਪ੍ਰਚਾਰ ਕੇਂਦਰ ਲੰਦਨ, ਪੈਰਿਸ ਤੇ ਬਰਲਿਨ ਵਿੱਚ ਸਥਾਪਿਤ ਸਨ। ਜਦੋਂ ਯੂਰਪ ਵਿੱਚ ਤਣਾਅ ਵੱਧ ਗਿਆ ਤਾਂ ਇਹ ਸਪਸ਼ਟ ਹੋ ਗਿਆ ਕਿ ਜੰਗ ਵਿੱਚ ਜਰਮਨੀ ਇੱਕ ਪਾਸੇ ਹੋਵੇਗਾ ਤੇ ਦੂਸਰੇ ਪਾਸੇ ਫਰਾਂਸ ਤੇ ਗ੍ਰੇਟ ਬ੍ਰਿਟਨ ਹੋਏਗਾ। ਭਾਰਤੀ ਕ੍ਰਾਂਤੀਕਾਰੀ ਵੀ ਲੰਦਨ ਤੇ ਪੈਰਿਸ ਨੂੰ ਛੱਡ ਕੇ ਬਰਲਿਨ ਚਲੇ ਗਏ। 1914 ਦੀ ਬਹਾਰ ਰੁੱਤ ਵਿੱਚ ਹਰਦਿਆਲ ਜਰਮਨੀ ਪਹੁੰਚ ਗਿਆ ਤੇ ਉਸਨੇ ਆਪਣੇ ਹਮਵਤਨਾਂ ਨੂੰ ਗਦਰ ਸੰਸਥਾ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਉਸ ਸਮੇਂ 10,000 ਸਰਗਰਮ ਮੈਂਬਰ ਸਨ। ਬਰਲਿਨ ਭਾਰਤ। ਕਮੇਟੀ ਨੇ ਜਰਮਨ ਸਰਕਾਰ ਕੋਲ ਪਹੁੰਚ ਕੀਤੀ ਕਿ ਉਹ ਜਰਮਨ ਵਿਦੇਸ਼ ਮੰਤਰੀ ਜ਼ਿਮਰਮਾਨ ਨੂੰ ਇਹ ਪ੍ਰੇਰਨਾ ਦੇਣ ਵਿੱਚ ਸਫਲ ਹੋ ਗਏ ਕਿ ਉਹ ਆਪਣੇ ਸੰਯੁਕਤ ਰਾਜ ਵਿੱਚ ਰਾਜਦੂਤ ਨੂੰ ਇਹ ਹਦਾਇਤ ਭੇਜੇ ਕਿ ਉਹ ਗਦਰੀਆਂ ਨੂੰ ਦੇਣ ਲਈ ਹਥਿਆਰ ਤੇ ਧਨ ਦਾ ਪ੍ਰਬੰਧ ਕਰੇ। ਸਨ ਫਰਾਂਸਿਸਕੋ, ਸ਼ੰਘਾਈ ਤੇ ਬੈਂਕਾਕ ਵਿਚਲੇ ਜਰਮਨ ਕੌਂਸਲਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਕ੍ਰਾਂਤੀਕਾਰੀਆਂ ਨੂੰ ਸਹਾਇਤਾ ਦੇਣ। ਜਰਮਨੀ ਦੀ ਸ਼ਮੂਲੀਅਤ ਨੇ ਗਦਰ ਪਾਰਟੀ ਵਿੱਚ ਧੜੇਬੰਦੀ ਪੈਦਾ ਕਰ ਦਿੱਤੀ। ਆਮ ਸਧਾਰਨ ਸਿੱਖ ਕਿਰਤੀ ਤੇ ਕਿਸਾਨ ਆਪਣੇ ਕਿਸੇ ਪ੍ਰਵਕਤਾ ਤੋਂ ਬਿਨਾਂ ਹੀ ਸਨ। ਰਾਮਚੰਦਰ ਨੇ, ਜਿਸ ਦੇ ਸਿੱਖਾਂ ਵਿੱਚ ਬਹੁਤ ਘੱਟ ਹਮੈਤੀ ਸਨ, ਪਾਰਟੀ ਦਾ ਸਰਬ ਉੱਚ ਨੇਤਾ ਬਣ ਕੇ ਪਾਰਟੀ ਨੂੰ ਆਪਣੇ ਨਿਯੰਤਰਣ ਅਧੀਨ ਕਰ ਲਿਆ। ਬਰਲਿਨ ਭਾਰਤ ਸਭਾ ਦਾ ਮਨੋਨੀਤ ਮੈਂਬਰ ਹਡੰਬਾ ਲਾਲ ਸੀ, ਜਿਸ ਦੀ ਮੁੱਠੀ ਵਿੱਚ ਜਰਮਨੀ ਵੱਲੋਂ ਦਿੱਤਾ ਹੋਇਆ ਸਾਰਾ ਰੁਪਇਆ ਸੀ। ਦੋਹਾਂ ਵਿਰੋਧੀ ਭਾਰਤੀ ਧੜਿਆਂ ਵਿੱਚ ਵੀ ਤੇ ਭਾਰਤੀਆਂ ਤੇ ਜਰਮਨਾਂ ਵਿੱਚ ਗਲਤਫਹਿਮੀ ਪੈਦਾ ਹੋਈ ਤੇ ਭੁਲੇਖੇ ਵਧਣੇ ਸ਼ੁਰੂ ਹੋ ਗਏ। ਸੰਯੁਕਤ ਰਾਜ ਤੋਂ ਭਾਰਤ ਨੂੰ ਚੋਰੀ ਹਥਿਆਰ ਲਿਜਾਣ ਵਿੱਚ ਕੋਈ ਸਫਲਤਾ ਨਾ ਮਿਲੀ। ਇੱਕ ਕਿਰਾਏ ਦੇ ਜਹਾਜ਼ ਹੈਨਰੀ ਐਸ ਉੱਪਰ 5,000 ਰਿਵਾਲਵਰ ਭੇਜੇ ਗਏ। ਇਸ ਜਹਾਜ਼ ਤੇ ਉਸ ਦੇ ਅਮਲੇ ਨੂੰ ਬਰਤਾਨਵੀ ਨੇਵੀ ਨੇ ਪਕੜ ਲਿਆ। ਹੈਨਰੀ ਐਸ ਦੀ ਅਸਫਲਤਾ ਪਿੱਛੋਂ ਹਡੰਬਾ ਲਾਲ ਹਥਿਆਰ ਖਰੀਦਣ ਲਈ ਜਾਪਾਨ ਜਾ ਕੇ ਯਤਨ ਕਰਨ ਲੱਗਾ। ਬਰਤਾਨਵੀ ਜਾਸੂਸੀ ਵਿਭਾਗ ਨੇ ਜਾਪਾਨੀ ਸਰਕਾਰ ਨੂੰ ਚੌਕਸ ਕਰ ਦਿੱਤਾ। ਗੁਪਤਾ ਨੂੰ ਕਈ ਮਹੀਨੇ ਲੁਕ ਛਿਪ ਕੇ ਲੰਘਾਉਣੇ ਪਏ ਤੇ ਬਿਨਾਂ ਕਿਸੇ ਪ੍ਰਾਪਤੀ ਦੇ ਸੰਯੁਕਤ ਰਾਜ ਵਾਪਸ ਚਲਾ ਗਿਆ। ਜਦੋਂ ਗੁਪਤਾ ਜਾਪਾਨ ਵਿੱਚ ਸੀ ਤਾਂ ਉਸ ਸਮੇਂ ਭਾਰਤ ਨੂੰ ਹਥਿਆਰ ਭੇਜਣ ਦੀ ਇੱਕ ਹੋਰ ਕੋਸ਼ਿਸ਼ ਕੀਤੀ ਗਈ। ਮਾਰਚ 1915 ਜੰਗੀ ਹਥਿਆਰਾਂ ਨਾਲ ਭਰਿਆ ਜਹਾਜ਼
ਐਨੀ ਲਾਰਸਨ ਸਮੁੰਦਰ ਵਿੱਚ ਠੇਲ ਦਿੱਤਾ ਗਿਆ। 5 ਦਿਨ ਮਗਰੋਂ ਇੱਕ ਤੇਲ ਦੇਣ ਵਾਲੇ ਜਹਾਜ਼ ਮੈਵਰਿਕ ਵਿੱਚ 5 ਗਦਰੀ ਸੇਵਾਦਾਰਾਂ ਦੇ ਭੇਸ ਵਿੱਚ ਜਹਾਜ਼ 'ਤੇ ਸਵਾਰ ਹੋ ਕੇ ਅਮਰੀਕਾ ਤੋਂ ਚੱਲ ਪਏ। ਦੋਹਾਂ ਜਹਾਜ਼ਾਂ ਨੇ ਸਮੁੰਦਰ ਵਿੱਚ ਮਿਲਣਾ ਸੀ ਤੇ ਮੈਵਰਿਕ ਨੇ ਹਥਿਆਰ ਤੇ ਅਸਲਾ ਲੈ ਕੇ ਤੇਲ ਦੀਆਂ ਟੈਂਕੀਆਂ ਵਿੱਚ ਡੁਬੋ ਲੈਣੇ ਸਨ ਤੇ ਫਿਰ ਪੂਰਬੀ ਬੰਗਾਲ ਦੇ ਸੁੰਦਰਬਨ ਵਿੱਚ ਕਿਸੇ ਨਿਵੇਕਲੀ ਥਾਂ ਤੇ ਅਸਲਾ ਤੇ ਹਥਿਆਰ ਕ੍ਰਾਂਤੀਕਾਰੀਆਂ ਨੂੰ ਸੌਂਪ ਦੇਣੇ ਸਨ। ਅਮਰੀਕਨ ਤੇ ਬਰਤਾਨਵੀ ਜੰਗੀ ਜਹਾਜ਼ਾਂ ਨੇ ਮੈਵਰਿਕ ਦੀ ਤਲਾਸ਼ੀ ਲਈ ਤੇ ਗਦਰੀਆਂ ਨੂੰ ਫੜੇ ਜਾਣ ਤੋਂ ਬਚਣ ਲਈ ਸਾਰਾ ਗਦਰੀ ਸਹਿਤ ਸਾੜਨਾ ਪਿਆ। ਤੇਲ ਵਾਲੇ ਜਹਾਜ਼ ਨੂੰ ਡੱਚ ਨੇਵੀ ਯਾਨੀ ਹਾਲੈਂਡ ਦੀ ਸਮੁੰਦਰੀ ਸੈਨਾ ਨੇ ਆਪਣੀ ਨਿਗਰਾਨੀ ਵਿੱਚ ਲੈ ਲਿਆ। ਜਦੋਂ ਡੱਚਾਂ ਨੇ ਛੱਡਿਆ ਤਾਂ ਇਸ ਨੂੰ ਅੰਗਰੇਜ਼ਾਂ ਨੇ ਫੜ ਲਿਆ। ਐਨੀ ਲਾਰਸਨ ਨੂੰ ਸੰਯੁਕਤ ਰਾਜ ਦੀ ਸਮੁੰਦਰੀ ਸੈਨਾ ਨੇ ਫੜ ਲਿਆ ਤੇ ਨਾਜਾਇਜ਼ ਅਸਲਾ ਲਿਜਾਣ ਕਾਰਨ ਜ਼ਬਤ ਕਰ ਲਿਆ। ਜਰਮਨਾਂ ਨੇ ਹਥਿਆਰਾਂ ਨਾਲ ਭਰੇ ਹੋਰ 5 ਜਹਾਜ਼ ਭਾਰਤ ਨੂੰ ਭੇਜਣ ਦੀ ਵਿਉਂਤ ਬਣਾਈ ਸੀ, ਪਰ ਹੈਨਰੀ ਐਸ ਤੇ ਐਨੀ ਲਾਰਸਨ ਦੇ ਫੜੇ ਜਾਣ ਮਗਰੋਂ ਤੇ ਭਾਰਤੀਆਂ ਦੇ ਆਪਸੀ ਝਗੜੇ ਕਾਰਨ ਗਦਰੀ ਸੰਸਥਾਵਾਂ ਲਈ ਜਰਮਨਾਂ ਦਾ ਉਤਸ਼ਾਹ ਮੱਠਾ ਪੈ ਗਿਆ। ਅਜੇ ਉਹਨਾਂ ਨੂੰ ਇਸ ਤੋਂ ਵੀ ਭੈੜਾ ਅਨੁਭਵ ਹੋਣਾ ਸੀ। ਫਰਵਰੀ 1916 ਵਿੱਚ ਬਰਲਿਨ ਭਾਰਤ ਕਮੇਟੀ ਨੇ ਜਰਮਨ ਵਿਦੇਸ਼ ਦਫ਼ਤਰ ਦੀ ਪ੍ਰਵਾਨਗੀ ਨਾਲ ਇੱਕ ਬੰਗਾਲੀ ਡਾਕਟਰ ਚੰਦਰਕਾਂਤ ਚੱਕਰਵਰਤੀ ਨੂੰ ਗਦਰ ਲਹਿਰ ਦੇ ਸੰਚਾਲਨ ਦੇ ਕੰਮ-ਕਾਜ ਲਈ ਭੇਜਿਆ ਤੇ ਉਸ ਨੂੰ ਬਹੁਤ ਸਾਰਾ ਧਨ ਵੀ ਦਿੱਤਾ। ਚੱਕਰਵਰਤੀ ਨੇ ਸਾਰੀ ਰਕਮ ਆਪਣੀ ਵਰਤੋਂ ਲਈ ਖੁਰਦ-ਬੁਰਦ ਕਰ ਲਈ ਤੇ ਜਰਮਨਾਂ ਨੂੰ ਆਪਣੇ ਵੱਲੋਂ ਕੀਤੇ ਜਾ ਰਹੇ ਕੰਮ ਦੀਆਂ ਮਨਘੜਤ ਰਿਪੋਰਟਾਂ ਭੇਜਦਾ ਰਿਹਾ। ਜਦੋਂ ਜਰਮਨਾਂ ਨੂੰ ਸੱਚਾਈ ਦਾ ਪਤਾ ਲੱਗਾ ਤਾਂ ਉਹ ਗਦਰ ਲਹਿਰ ਤੋਂ ਲਾਂਭੇ ਹੋ ਗਏ ਤੇ ਭਾਰਤੀਆਂ ਪ੍ਰਤੀ ਉਹਨਾਂ ਨੇ ਅਪਮਾਨਜਨਕ ਵਤੀਰਾ ਧਾਰਨ ਕਰ ਲਿਆ। ਇਸ ਤਰ੍ਹਾਂ ਗਦਰੀਆਂ ਦੀ 1917 ਤੋਂ 1857 ਦੇ ਗਦਰ ਦੀ ਡਾਇਮੰਡ ਜੁਬਲੀ ਦੇ ਸਾਲ ਵਜੋਂ ਮਨਾਉਣ ਦੀ ਯੋਜਨਾ ਠੁੱਸ ਹੋ ਗਈ। ਗਦਰੀਆਂ ਵਿੱਚ ਕਲਹ ਕਲੇਸ਼ ਵੱਧ ਗਿਆ। ਚੱਕਰਵਰਤੀ ਨੇ ਜਰਮਨਾਂ ਵੱਲੋਂ ਦਿੱਤਾ ਬਹੁਤ ਪੈਸਾ ਹਜ਼ਮ ਕਰ ਲਿਆ। ਰਾਮਚੰਦਰ ਤੇ ਉਹਦੇ ਮਿੱਤਰਾਂ ਦੇ ਕਬਜ਼ੇ ਵਿੱਚ ਪ੍ਰਵਾਸੀਆਂ ਵੱਲੋਂ ਦਿੱਤੀ ਦਾਨ ਤੇ ਚੰਦੇ ਦੀ ਰਕਮ ਪਾਰਟੀ ਦਾ ਅਖਬਾਰ ਤੇ ਦਫ਼ਤਰ ਸੀ। ਜਨ ਸਧਾਰਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਮੇਤ ਸਭ ਕੁਝ ਦਾਅ ਤੇ ਲਾ ਦਿੱਤਾ ਸੀ, ਉਹਨਾਂ ਕੋਲ ਕੁਝ ਨਾ ਬਚਿਆ। ਜਿਨ੍ਹਾਂ ਕੋਲ ਕੁਝ ਵੀ ਨਹੀਂ ਸੀ, ਭਾਵ ਜੋ ਗਰੀਬ ਸਨ, ਉਹ ਸਭ ਸਿੱਖ ਹੀ ਸਨ ਤੇ ਦੂਸਰੇ ਸਭ ਹਿੰਦੂ ਸਨ। ਇਸ ਤਰ੍ਹਾਂ ਧਾਰਮਿਕ ਮਤਭੇਦਾਂ ਨੇ ਵੀ ਦਰਾੜ ਤੇ ਅਣਬਣ ਹੋਰ ਵਧਾ ਦਿੱਤੀ। 6 ਅਪ੍ਰੈਲ 1917 ਨੂੰ ਅਮਰੀਕਾ ਵੀ ਜੰਗ ਵਿੱਚ ਸ਼ਾਮਲ ਹੋ ਗਿਆ। ਬਰਤਾਨਵੀ ਸਰਕਾਰ ਦੇ ਜ਼ੋਰ ਦੇਣ ਤੇ ਸੰਯੁਕਤ ਰਾਜ ਦੀ ਪੁਲਿਸ ਨੇ 17 ਭਾਰਤੀ ਕ੍ਰਾਂਤੀਕਾਰੀਆਂ ਨੂੰ ਜਰਮਨ ਕੌਂਸਲ ਦੇ 18 ਮੁਲਾਜ਼ਮਾਂ ਸਮੇਤ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਉੱਪਰ ਸੰਯੁਕਤ ਰਾਜ ਸਰਕਾਰ ਦੀ ਨਿਰਪੱਖਤਾ ਭੰਗ ਕਰਨ ਦਾ ਦੋਸ਼ ਆਇਦ ਕਰ ਦਿੱਤਾ। ਇੱਕ ਤੋਂ ਬਿਨਾਂ ਸਾਰੇ ਮੁਲਜ਼ਮ ਦੋਸ਼ੀ ਪਾਏ ਗਏ ਤੇ ਉਹਨਾਂ ਨੂੰ ਵੱਖ-ਵੱਖ ਮਿਆਦ ਦੀ ਕੈਦ ਤੇ ਜੁਰਮਾਨੇ ਕੀਤੇ ਗਏ। ਮੁਕੱਦਮੇ ਦਾ ਅੰਤ ਇੱਕ ਨਾਟਕੀ ਘਟਨਾ ਨਾਲ ਹੋਇਆ। ਇੱਕ ਦੋਸ਼ੀ ਨੇ ਆਖਰੀ ਦਿਨ ਰਿਵਾਲਵਰ ਕੱਢਿਆ ਤੇ ਰਾਮਚੰਦਰ ਨੂੰ ਗੋਲੀ ਮਾਰ ਦਿੱਤੀ। ਹਮਲਾਵਰ ਨੂੰ ਅਦਾਲਤ ਦੇ ਫੌਜੀ ਅਧਿਕਾਰੀ ਨੇ ਗੋਲੀ ਮਾਰ ਕੇ ਮੌਕੇ ਤੇ ਹੀ ਮਾਰ ਦਿੱਤਾ। ਬ੍ਰਿਟਿਸ਼ ਡਿਫੈਂਸ ਆਫ ਇੰਡੀਆ ਐਕਟ 1915 ਰਾਹੀਂ ਪ੍ਰਾਂਤਕ ਸਰਕਾਰਾਂ ਨੂੰ ਵਿਸ਼ੇਸ਼ ਅਦਾਲਤਾਂ ਸਥਾਪਿਤ ਕਰਨ ਦੇ ਅਧਿਕਾਰ ਦੇ ਦਿੱਤੇ ਗਏ, ਜੋ ਆਮ ਕਾਨੂੰਨੀ ਕਾਰਵਾਈ ਨੂੰ ਲਾਂਭੇ ਰੱਖ ਕੇ ਫੈਸਲੇ ਕਰ ਸਕਦੀਆਂ ਸਨ ਤੇ ਉਹਨਾਂ ਦਾ ਫੈਸਲਾ ਅੰਤਮ ਹੁੰਦਾ ਸੀ। ਇਹ ਵਿਸ਼ੇਸ਼ ਅਦਾਲਤਾਂ ਗਦਰੀਆਂ ਉੱਪਰ ਮੁਕੱਦਮੇ ਚਲਾਉਣ ਲਈ ਸਥਾਪਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਹਰ ਹਾਲਤ 3 ਜੱਜਾਂ ਵਿੱਚੋਂ 2 ਅੰਗਰੇਜ਼ ਜੱਜ ਹੁੰਦੇ ਸਨ। ਲਾਹੌਰ, ਮੰਡੀ, ਬਨਾਰਸ ਤੇ ਦੂਰ ਦਰਾਡੇ ਮਾਂਡਲੇ ਤੇ ਸਿੰਗਾਪੁਰ ਵਿੱਚ ਲੜੀਵਾਰ ਚੱਲਦੇ ਮੁਕੱਦਮਿਆਂ ਵਿੱਚ ਸੈਂਕੜੇ ਕ੍ਰਾਂਤੀਕਾਰੀਆਂ ਤੇ ਮੁਕੱਦਮੇ ਚਲਾ ਕੇ ਸਜ਼ਾ ਦਿੱਤੀ ਗਈ। ਇਹਨਾਂ ਵਿੱਚੋਂ ਪੰਜਾਬ ਵਿੱਚ ਜਿਨ੍ਹਾਂ ਤੇ ਮੁਕੱਦਮਾ ਚਲਾਇਆ ਗਿਆ, ਉਹਨਾਂ ਵਿੱਚੋਂ 40 ਨੂੰ ਫਾਂਸੀ ਦਿੱਤੀ ਗਈ ਤੇ 194 ਨੂੰ ਲੰਮੇ ਸਮੇਂ ਦੀ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਇਹਨਾਂ ਤੋਂ ਬਿਨਾਂ ਬਹੁਤ ਸਾਰੇ ਫੌਜੀਆਂ ਉੱਪਰ ਫੌਜੀ ਅਦਾਲਤਾਂ ਵਿੱਚ ਮੁਕੱਦਮੇ ਚਲਾ ਕੇ ਉਹਨਾਂ ਨੂੰ ਗੋਲੀ ਨਾਲ ਉਡਾਇਆ ਗਿਆ। ਗਦਰ ਲਹਿਰ ਅਨੇਕ ਕਾਰਨਾਂ ਕਰਕੇ ਅਸਫਲ ਹੋਈ, ਜਿਨ੍ਹਾਂ ਵਿੱਚੋਂ ਹਥਿਆਰਾਂ ਦੀ ਘਾਟ, ਅਨੁਭਵ ਦੀ ਘਾਟ, ਪੈੜਾ ਨੇਤਰਿਤਵ, ਕ੍ਰਾਂਤੀਕਾਰੀਆਂ ਦੀ ਭੇਤ ਗੁਪਤ ਰੱਖਣ ਵਿੱਚ ਅਸਫਲਤਾ, ਜਰਮਨਾਂ ਤੇ ਗਦਰੀਆਂ ਵਿੱਚ ਮਤਭੇਦ, ਬਰਤਾਨਵੀ ਜਾਸੂਸੀ ਵਿਭਾਗ ਦੀ ਸਹਿਯੋਗਤਾ, ਜਿਸ ਨੇ ਕ੍ਰਾਂਤੀਕਾਰੀਆਂ ਦੀਆਂ ਸਰਵੋਤਮ ਕਮੇਟੀਆਂ ਵਿੱਚ ਜਾਸੂਸ ਘੁਸੇੜ ਦਿੱਤੇ, ਭਾਰਤ ਸਰਕਾਰ ਵੱਲੋਂ ਉਠਾਏ ਗਏ ਸਖਤ ਕਦਮ ਤੇ ਪੰਜਾਬ ਪੁਲਿਸ ਵੱਲੋਂ ਅਪਣਾਏ ਵਹਿਸ਼ੀਆਨਾ ਢੰਗ ਤਰੀਕੇ ਸਨ, ਜਿਨ੍ਹਾਂ ਨੇ ਬਹੁਤ ਸਾਰੇ ਨੇਤਾਵਾਂ ਨੂੰ ਆਪਣੇ ਹੀ ਸਹਿਯੋਗੀਆਂ ਵਿਰੁੱਧ ਸੂਹ ਦੇਣ ਲਈ ਮਜਬੂਰ ਕਰ ਦਿੱਤਾ। ਪ੍ਰਮੁੱਖ ਕਾਰਨ ਸਨ। ਪਰੰਤੂ ਇਸ ਦੀ ਅਸਫਲਤਾ ਦਾ ਮੁੱਖ ਕਾਰਨ ਇਹ ਸੀ ਕਿ ਪੰਜਾਬੀ ਜਨ ਮਾਨਸ ਵਿਦਰੋਹ ਲਈ ਤਿਆਰ ਨਹੀਂ ਸੀ। ਅਮੀਰ ਜ਼ਿਮੀਂਦਾਰਾਂ ਨੇ ਗਵਰਨਰ ਨੂੰ ਆਪਣੀ ਵਫਾਦਾਰੀ ਦਾ ਭਰੋਸਾ ਦਿੱਤਾ ਸੀ ਤੇ ਉਹਨਾਂ ਨੇ ਆਪਣੇ ਜ਼ਿਲ੍ਹਿਆਂ ਵਿੱਚ ਪਰਤ ਰਹੇ ਪ੍ਰਵਾਸੀ ਭਾਰਤੀਆਂ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲਈ
ਤੇ ਉਹਨਾਂ ਨੂੰ ਵਫਾਦਾਰੀ ਤੇ ਆਗਿਆ ਵਿੱਚ ਰਹਿਣ ਤੇ ਪ੍ਰੇਰਨਾ ਲਈ ਕਮੇਟੀਆਂ ਦੀ ਸਥਾਪਨਾ ਕੀਤੀ। ਸਿੱਖਾਂ ਨਾਲ ਕੈਨੇਡਾ ਤੇ ਸੰਯੁਕਤ ਰਾਜ ਵਿੱਚ ਨਸਲੀ ਵਿਤਕਰੇ ਦੀਆਂ ਚੋਭਾਂ ਨਾਲੋਂ ਗੈਲੀਪੋਲੀ ਵਿੱਚ ਭਾਰੀ ਗਿਣਤੀ ਵਿੱਚ ਤੁਰਕੀ ਫੌਜ ਦੇ ਨਾਲ ਸਿੱਖ ਪਲਟਣ ਦੇ ਸਾਹਸ ਭਰੇ ਤੇ ਦਲੇਰਾਨਾ ਮੁਕਾਬਲੇ ਦੀ ਕਹਾਣੀ ਨੇ ਸਿੱਖ ਯੁਵਕਾਂ ਵਿੱਚ ਜ਼ਿਆਦਾ ਉਤਸ਼ਾਹ ਭਰ ਦਿੱਤਾ। ਗਦਰ ਪਾਰਟੀ ਦਾ ਮਨੋਰਥ ਭਾਰਤ ਵਿੱਚੋਂ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਸੀ, ਪਰੰਤੂ ਗਦਰੀਆਂ ਹੱਥੋਂ ਨਾ ਤਾਂ ਕੋਈ ਅੰਗਰੇਜ਼ ਮਾਰਿਆ ਗਿਆ ਤੇ ਨਾ ਹੀ ਇਹ ਲਹਿਰ ਅੰਗਰੇਜ਼ੀ ਰਾਜ ਲਈ ਕੋਈ ਖਤਰਾ ਹੀ ਬਣੀ। ਫਿਰ ਵੀ ਇਤਿਹਾਸਕਾਰਾਂ ਲਈ ਇਸ ਲਹਿਰ ਦੀ ਬਹੁਤ ਮਹੱਤਤਾ ਹੈ। ਇਹ ਪਹਿਲੀ ਧਰਮ ਨਿਰਪੇਖ ਲਹਿਰ ਸੀ ਜਿਸ ਦਾ ਮਨੋਰਥ ਹਥਿਆਰਾਂ ਦੀ ਵਰਤੋਂ ਨਾਲ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਸੀ। ਮਹਾਰਾਸ਼ਟਰ ਤੇ ਬੰਗਾਲ ਦੋਹਾਂ ਥਾਵਾਂ ਤੇ ਰਾਜਸੀ ਆਤੰਕਵਾਦ ਦਾ ਹਿੰਦੂ ਧਰਮ ਦੀ ਪੁਨਰ ਜਾਗਰਤੀ ਨਾਲ ਨਿਕਟ ਸੰਬੰਧ ਸੀ। ਮਹਾਰਾਸ਼ਟਰ ਵਿੱਚ ਇਹਦਾ ਸੰਬੰਧ ਸ਼ਿਵਾਜੀ ਨਾਲ ਸੀ ਤੇ ਬੰਗਾਲ ਵਿੱਚ ਕਾਲੀ ਦੇਵੀ ਨਾਲ, ਤੇ ਬੰਗਾਲੀਆਂ ਤੇ ਮਹਾਰਾਸ਼ਟਰੀਆਂ ਨੇ ਬੜੀ ਸਖਤੀ ਨਾਲ ਮੁਸਲਮਾਨਾਂ ਨੂੰ ਆਪਣੇ ਦਲਾਂ ਤੋਂ ਬਾਹਰ ਰੱਖਿਆ ਹੋਇਆ ਸੀ। ਭਾਵੇਂ ਗਦਰ ਪਾਰਟੀ ਵਿੱਚ ਬਹੁ ਗਿਣਤੀ ਸਿੱਖਾਂ ਦੀ ਸੀ ਤੇ ਉਹਨਾਂ ਦਾ ਸਾਹਿਤ ਵੀ ਗੁਰਮੁਖੀ ਵਿੱਚ ਛਾਪਿਆ ਜਾਂਦਾ ਸੀ ਤੇ ਇਸ ਦੀਆਂ ਸਭਾਵਾਂ ਵੀ ਗੁਰਦੁਆਰਿਆਂ ਵਿੱਚ ਕੀਤੀਆਂ ਜਾਂਦੀਆਂ ਸਨ, ਪਰ ਇਹਨਾਂ ਦਾ ਸਿੱਖ ਧਰਮ ਦੇ ਪੁਨਰ ਉਥਾਨ ਨਾਲ ਕੋਈ ਸੰਬੰਧ ਨਹੀਂ ਸੀ। ਗਦਰ ਪਾਰਟੀ ਨੇ ਆਪਣੇ ਵੱਲ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੀ ਆਕਰਸ਼ਿਤ ਕੀਤਾ ਤੇ ਇਸ ਨੇ ਹੀ ਮੁਲਕ ਵਿਚਲੇ ਦੂਸਰੇ ਕ੍ਰਾਂਤੀਕਾਰੀ ਦਲਾਂ ਨੂੰ ਆਪਣਾ ਧਾਰਮਿਕ ਪੱਖਪਾਤ ਤਿਆਗ ਦੇਣ ਵਿੱਚ ਪ੍ਰਭਾਵਿਤ ਕੀਤਾ। ਗਦਰ ਲਹਿਰ ਦੇ ਪੈਦਾ ਹੋਣ ਨਾਲ ਸਿੱਖ ਫਿਰਕੇ ਦੇ ਰਾਜਸੀ ਦ੍ਰਿਸ਼ਟੀਕੋਣ ਵਿੱਚ ਵੀ ਮਹੱਤਵਪੂਰਨ ਤਬਦੀਲੀ ਆਈ। ਇਸ ਨੇ ਅੰਗਰੇਜ਼ੀ ਰਾਜ ਪ੍ਰਤੀ ਪੌਣੀ ਸਦੀ ਯਾਨੀ 75 ਸਾਲਾਂ ਦੀ ਨਿਰਸੰਦੇਹ ਵਫਾਦਾਰੀ ਦਾ ਭੋਗ ਪਾ ਦਿੱਤਾ। ਭਾਵੇਂ ਇਹ ਬਗਾਵਤ ਜੰਗ ਤੋਂ ਉਪਜੇ ਜੋਸ਼ ਕਾਰਨ ਦਬ ਗਈ ਸੀ ਤੇ ਲੁਪਤ ਹੋ ਗਈ ਸੀ, ਪਰੰਤੂ ਇਹ ਉਬਾਲੇ ਖਾਂਦੀ ਰਹੀ ਤੇ ਕੁਝ ਸਾਲਾਂ ਪਿੱਛੋਂ ਅਕਾਲੀ ਅੰਦੋਲਨ ਸਮੇਂ ਬੱਬਰ ਲਹਿਰ ਦੇ ਰੂਪ ਵਿੱਚ ਮੁੜ ਫੁੱਟ ਨਿਕਲੀ। ਅਕਾਲੀ ਆਤੰਕਵਾਦੀ, ਜਿਨ੍ਹਾਂ ਨੂੰ ਬੱਬਰ ਅਕਾਲੀ ਕਿਹਾ ਜਾਂਦਾ ਸੀ, ਵਧੇਰੇ ਕਰਕੇ ਗਦਰ ਪਾਰਟੀ ਦੀਆਂ ਸਫਾ ਵਿੱਚੋਂ ਹੀ ਆਏ ਸਨ। ਗਦਰ ਪਾਰਟੀ ਵਿੱਚ ਵਿਦੇਸ਼ੀ ਡਰ ਯੁਕਤ ਰਾਸ਼ਟਰਵਾਦ ਤੋਂ ਮਾਰਕਸਵਾਦ ਵੱਲ ਤਬਦੀਲੀ ਜੰਗ ਪਿੱਛੋਂ ਹੀ ਵਾਪਰੀ। 1924 ਵਿੱਚ ਬੋਲਸ਼ਵਿਕ ਪ੍ਰਤੀਨਿਧਾਂ ਨੇ ਸੰਯੁਕਤ ਰਾਜ ਤੇ ਕੈਨੇਡਾ ਦੀ ਗਦਰ ਸੰਸਥਾ ਨਾਲ ਅਮਰੀਕੀ ਕਮਿਊਨਿਸਟ ਐਗਨਿਸ ਸਮੇਡਲੇ ਰਾਹੀਂ ਸੰਪਰਕ ਕਾਇਮ ਕੀਤਾ। 1925 ਵਿੱਚ ਗਦਰੀਆਂ ਦਾ ਇੱਕ ਦਲ ਰੂਸ ਭੇਜਿਆ ਗਿਆ, ਜਿੱਥੇ ਉਹਨਾਂ ਨੇ ਲੈਨਨ ਇੰਸਟੀਚਿਊਟ ਤੇ ਈਸਟਰਨ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕੀਤੀ। 2 ਸਾਲ ਮਗਰੋਂ ਇਸ ਦਲ ਨੂੰ ਅਫਗਾਨਿਸਤਾਨ ਦੇ ਰਸਤੇ ਭਾਰਤ ਭੇਜਿਆ ਗਿਆ। ਉਸ ਵੇਲੇ ਤੱਕ ਭਾਰਤ ਵਿੱਚ ਹੋਰ ਗਦਰੀ, ਜੋ ਬਾਬਿਆਂ ਵਜੋਂ ਮਸ਼ਹੂਰ ਸਨ, ਜੇਲ੍ਹਾਂ ਤੋਂ ਬਾਹਰ ਆ ਚੁੱਕੇ ਸਨ ਤੇ ਉਹਨਾਂ ਨੇ ਆਪਣੇ ਪਹਿਲੇ ਸਹਿਯੋਗੀਆਂ ਨਾਲ ਸੰਪਰਕ ਕਾਇਮ ਕਰ ਲਿਆ ਸੀ। ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਤੇ ਕੈਲੀਫੋਰਨੀਆ ਤੋਂ ਸਿਆਸੀ ਪੀੜਤਾਂ ਲਈ ਸਹਾਇਤਾ ਪ੍ਰਾਪਤ ਹੋਈ। ਇਹ ਰੁਪਇਆ ਦੇਸ਼ ਭਗਤ ਪਰਿਵਾਰ ਸਹਾਇਤਾ ਸਭਾ ਦੇ ਰਾਹੀਂ ਵੰਡਿਆ ਗਿਆ ਸੀ। ਮਾਸਕੋ ਤੋਂ ਆਏ ਗਦਰੀਆਂ ਨੇ ਬਾਬਿਆਂ ਨਾਲ ਮਿਲ ਕੇ ਇੱਕ ਅਖਬਾਰ ਕਿਰਤੀ ਕਿਸਾਨ ਸ਼ੁਰੂ ਕੀਤਾ, ਜਿਸ ਦੇ ਮੁੱਖ ਪੰਨੇ ਤੇ ਛਪਿਆ ਹੁੰਦਾ ਸੀ ਕਮਿਊਨਿਸਟ ਪਾਰਟੀ ਦੀ ਪੰਜਾਬ ਸ਼ਾਖਾ ਦਾ ਅਧਿਕਾਰਿਤ ਅਖਬਾਰ, ਜੋ ਤੀਸਰੀ ਇੰਟਰਨੈਸ਼ਨਲ ਨਾਲ ਸੰਬੰਧਿਤ ਹੈ। ਕੁਝ ਸਾਲਾਂ ਲਈ ਤੇਜਾ ਸਿੰਘ ਸੁਤੰਤਰ ਕਿਰਤੀ ਦਾ ਮੁੱਖ ਸਮਰਥਕ ਸੀ। ਕਿਰਤੀਆਂ ਤੇ ਅਧਿਕਾਰਿਤ ਕਮਿਊਨਿਸਟ ਪਾਰਟੀ ਨੇ, ਜਿਸ ਦਾ ਨੇਤਾ ਸੋਹਣ ਸਿੰਘ ਜੋਸ਼ ਸੀ, ਉਸਨੇ ਆਪਸੀ ਸਾਂਝ ਬਣਾਈ ਰੱਖੀ। ਮਾਸਕੋ ਵੱਲੋਂ ਕੈਨੇਡਾ ਅਮਰੀਕਾ ਦੇ ਗਦਰੀਆਂ ਵੱਲੋਂ ਦਿੱਤੇ ਜਾਂਦੇ ਰੁਪਏ ਨਾਲ ਉਹਨਾਂ ਨੇ ਕੇਂਦਰੀ ਪੰਜਾਬ ਯਾਨੀ ਮਾਝਾ ਦੇ ਸਿੱਖ ਕਿਸਾਨਾਂ ਵਿੱਚ ਆਪਣਾ ਪ੍ਰਭਾਵ ਫੈਲਾਇਆ। ਕਮਿਊਨਿਸਟ ਘੁਸਪੈਠ ਨੇ ਗਦਰ ਪਾਰਟੀ ਵਿੱਚ ਫੁੱਟ ਪਾ ਦਿੱਤੀ। ਸੰਯੁਕਤ ਰਾਜ ਤੇ ਕੈਨੇਡਾ ਦੇ ਗਦਰੀ ਜਾਂ ਤਾਂ ਕਮਿਊਨਿਸਟਾਂ ਦੇ ਵਿਰੁੱਧ ਹੋ ਗਏ ਜਾਂ ਪੱਛਮੀ ਸੰਸਾਰ ਵਿੱਚ ਫੈਲੀ ਕਮਿਊਨਿਸਟ ਵਿਰੋਧੀ ਲਹਿਰ ਵਿੱਚ ਘੁਲ ਮਿਲ ਗਏ। ਉਹਨਾਂ ਦੇ ਝਗੜੇ ਕਈ ਵਾਰ ਹਿੰਸਕ ਰੂਪ ਧਾਰ ਲੈਂਦੇ ਤੇ ਇੱਕ ਵਾਰ ਤਾਂ ਹਿੰਦੂਆਂ ਵੱਲੋਂ ਹਿੰਦੂਆਂ ਦੇ ਕੈਲੀਫੋਰਨੀਆ ਰਿਆਸਤ ਵਿੱਚ ਹੋਏ 2 ਦਰਜਨ ਤੋਂ ਵੱਧ ਕਤਲਾਂ ਦਾ ਕੋਈ ਸੁਰਾਗ ਹੀ ਨਾ ਮਿਲਿਆ। ਭਾਰਤ ਦੀ ਆਜ਼ਾਦੀ ਤੱਕ ਇਹ ਕਲਹ ਕਲੇਸ਼ ਜਾਰੀ ਰਹੇ। 1948 ਵਿੱਚ ਪਾਰਟੀ ਦੀ ਸੰਪਤੀ ਸੰਯੁਕਤ ਰਾਜ ਵਿੱਚ ਭਾਰਤੀ ਰਾਜਦੂਤ ਦੇ ਹਵਾਲੇ ਕਰ ਦਿੱਤੀ ਗਈ ਤੇ ਇਸ ਦੇ 30 ਸਾਲਾਂ ਦੇ ਤੂਫਾਨੀ ਤੇ ਫਰੂਦੀ ਦੌਰ ਦਾ ਅੰਤ ਹੋ ਗਿਆ। ਬਾਕੀ ਅਗਲੇ ਹਿੱਸੇ ਵਿੱਚ।